स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। Oneo manual ਜਾਂ automatic quick truck lube ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ quick truck lube ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ exit 579 from highway 401 in Napa Knee। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ drive through facility exit 579 from highway 401 in Napa Knee। quick truck lube the one stop shop 5196220660 ਜਾਂ quicktrucklube.com QTL because we care। Quick Truck Lube। स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ। ਇਸ ਤੋਂ ਬਾਅਦ ਕੁਝ ਹੋਰ ਖਬਰਾਂ ਤੇ ਵਿਸਥਾਰ ਨਾਲ ਚਰਚਾ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਜੀ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਸਭ ਤੋਂ ਪਹਿਲਾਂ ਗੱਲ ਦਿੱਲੀ ਦੀ ਕਰ ਲੈਂਦੇ ਹਾਂ ਕਿਉਂਕਿ ਮਨੀਸ਼ ਸਿਸੋਦੀਆ ਦਾ ਕੇਸ ਜਿਹੜਾ ਕਾਫੀ ਚਰਚਾ ਵਿੱਚ ਚੱਲ ਰਿਹਾ। ਮਨੀਸ਼ ਸਿਸੋਦੀਆ ਕਾਫੀ ਚਰਚਾ ਵਿੱਚ ਚੱਲ ਰਹੇ ਨੇ। ਅਰਵਿੰਦ ਕੇਜਰੀਵਾਲ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ। ਉਹ ਕਹਿ ਰਿਹਾ ਕਿ ਇਹ ਜਿਹੜੀ ਬਦਲੇ ਦੀ ਨੀਤੀ ਤਹਿਤ ਹੋ ਰਿਹਾ ਸਾਰਾ ਕੁਛ ਸਿਆਸਤ ਹੈਗੀ ਹੈ। ਪਰ ਦੂਜੇ ਪਾਸੇ ਜਿਹੜਾ ਹੁਣ CBI ਦੇ ਵੱਲੋਂ 9 ਘੰਟੇ ਜਿਹੜੀ ਪੁੱਛ ਪੜਤਾਲ ਹੋਈ ਹੈ ਮਨੀਸ਼ ਸਿਸੋਦੀਆ ਤੋਂ, ਕਿਵੇਂ ਦੇਖਦੇ ਹੋ ਇਸਨੂੰ? ਦੇਖੋ ਕੋਮਤਾ ਜੀ, ਭਾਰਤ ਦੇ ਵਿੱਚ ਜੇ ਛਿੱਕ ਵੀ ਵੱਜੇ ਪੋਲੀਟੀਕਲ ਬੰਦੇ ਦੀ ਤੇ ਉਹਨੂੰ ਵੀ ਆਪਾਂ ਸਿਆਸਤ ਨਾਲ ਜੋੜ ਕੇ ਦੇਖਾਂਗੇ। ਹਰ ਚੀਜ਼ ਸਿਆਸਤ ਨਾਲ ਜੁੜੀ ਹੋਈ ਹੈ। ਸਿਆਸਤ ਦੀ ਖੇਡ ਖੇਡੀ ਜਾ ਰਹੀ ਹੈ। ਤੁਸੀਂ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਥਾਵਾਂ ਤੇ ਉਹ ਚੋਣਾਂ ਨਹੀਂ ਜਿੱਤੀ ਉਹਨਾਂ ਥਾਵਾਂ ਤੇ ਆਪਣੀਆਂ ਸਰਕਾਰਾਂ ਬਣਾਉਣ ਵਾਸਤੇ ਰੀਜਨਲ ਪਾਰਟੀਆਂ ਹੋਣ, ਕੌਮੀ ਪਾਰਟੀਆਂ ਹੋਣ, ਉਹਨਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਦਲ ਬਦਲੀ ਕਰਵਾਉਂਦੀ ਆ ਰਹੀ ਹੈ। ਉਹ ਕਰਨਾਟਕਾ ਹੋਵੇ, ਗੋਆ ਹੋਵੇ, ਅਰੁਣਾਚਲ ਪ੍ਰਦੇਸ਼ ਹੋਵੇ, ਮੱਧ ਪ੍ਰਦੇਸ਼ ਹੋਵੇ, ਥਾਂ ਥਾਂ ਉਹਨਾਂ ਨੇ ਅਜਿਹਾ ਕੁਛ ਕੀਤਾ ਹੈ। ਲੇਕਿਨ ਦਿੱਲੀ ਦਾ ਜੇ ਆਪਾਂ ਦੇਖੀਏ ਤਾਂ ਦਿੱਲੀ ਦਾ ਫਰਕ ਬਹੁਤ ਜ਼ਿਆਦਾ ਹੈ। ਦਿੱਲੀ ਦੇ ਵਿੱਚ ਬਹੁਤ ਵੱਡੀ ਮੈਜੋਰਿਟੀ ਹੈ ਆਮ ਆਦਮੀ ਪਾਰਟੀ ਕੋਲੇ। ਉੱਥੇ ਚਾਹੁਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਜੇ ਕਿਸੇ ਕਿਸਮ ਦੀ ਕੋਈ ਡਿਫੈਕਸ਼ਨ ਕਰਵਾਉਂਦੀ ਹੈ ਤਾਂ ਉਹ ਆਪਣੀ ਸਰਕਾਰ ਨਹੀਂ ਬਣਾ ਸਕਦੀ। ਇਹ ਤਾਂ ਹੋ ਨਹੀਂ ਸਕਦਾ ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਹੋਇਆ ਹੈ ਕਿ ਏਕਨਾਥ ਸ਼ਿੰਦੇ 50 ਬੰਦਿਆਂ ਦਾ ਗਰੁੱਪ ਲੈ ਕੇ ਲਾਂਭੇ ਹੋ ਜਾਊਗਾ। ਐਡੀ ਗੱਲ ਤਾਂ ਕੋਈ ਹੋ ਨਹੀਂ ਸਕਦੀ। ਸੇਮ ਪੋਜੀਸ਼ਨ ਹੀ ਪੰਜਾਬ ਦੇ ਵਿੱਚ ਆਪਾਂ ਦੇਖੀਏ। ਪਰ ਫਿਰ ਵੀ ਆਪਾਂ ਨੂੰ ਇਸ ਗੱਲ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਕਿ ਏਜੰਸੀਆਂ ਦੀ ਦੁਰਵਰਤੋਂ ਕਰਕੇ ਕੇਂਦਰ ਆਪਣਾ ਜਿਹੜਾ ਉੱਲੂ ਹੈ ਸਿੱਧਾ ਕਰਨਾ ਚਾਹੁੰਦੀ ਹੈ। ਔਰ ਜੇ ਨਾਲ ਹੀ ਦੇਖੀਏ ਆਪਾਂ ਤਾਂ ਘੱਟ ਕੇਜਰੀਵਾਲ ਵੀ ਨਹੀਂ, ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਸਮਨ ਕਰਦੀਆਂ ਏਜੰਸੀਆਂ। ਪੰਜਾਬ ਦੇ ਵਿੱਚ ਦੇਖੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਖਾਸ ਕਰਕੇ ਆਰਥਿਕ ਮਾਮਲਿਆਂ ਨਾਲ ਜਿਹੜੀ ਨਿਪਟਦੀ ਹੈ ਉਹ ਵਿਜੀਲੈਂਸ ਬਿਊਰੋ ਹੈ। ਵਿਜੀਲੈਂਸ ਬਿਊਰੋ ਨੇ ਕਈ ਅਫਸਰਾਂ ਨੂੰ ਵੀ ਰਾਊਂਡ ਅਪ ਕੀਤਾ, ਉਹਨਾਂ ਨੂੰ ਫੜ ਕੇ ਕੇਸ ਰਜਿਸਟਰ ਕਰਕੇ ਜੇਲ੍ਹਾਂ 'ਚ ਭੇਜੇ। 3 ਸਾਬਕਾ ਮੰਤਰੀ ਵੀ ਹੋ ਗਏ, ਇੱਕ ਸਿਟਿੰਗ ਮੰਤਰੀ ਵੀ ਹੋ ਗਿਆ ਸੀ, ਉਹਨੂੰ ਵੀ ਕਰ ਰਿਹਾ ਸੀ। ਇਹ ਸਾਰਾ ਕੁਛ ਕੀਤਾ ਕਰਾਇਆ ਜਾ ਰਿਹਾ ਹੈ। ਔਰ ਇਹਨਾਂ ਨੂੰ ਜਦੋਂ ਕਾਲ ਕੀਤਾ ਜਾਂਦਾ, ਇਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਉਣ ਵਾਸਤੇ ਕਿਹਾ ਜਾਂਦਾ। ਪਹਿਲੀ ਮੁੱਢਲੀ ਪੜਤਾਲ ਹੁੰਦੀ ਹੈ। ਇੱਕ ਵਾਰੀ ਬੁਲਾਇਆ, 2 ਵਾਰੀ ਬੁਲਾਇਆ, ਤੀਜੀ ਵਾਰੀ, ਚੌਥੀ ਵਾਰੀ ਫਿਰ ਉਹ ਕਹਿੰਦੇ ਜੀ ਇਹਨੇ ਕੋਆਪਰੇਟ ਨਹੀਂ ਸੀ ਕੀਤਾ, ਅਸੀਂ ਇਹਨੂੰ ਹਿਰਾਸਤ ਵਿੱਚ ਲੈਂਦੇ ਹਾਂ। ਪੰਜਾਬ ਦੇ ਵਿੱਚ ਇਹ ਕੁਛ ਹੁੰਦਾ। ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦਿੱਲੀ ਦੇ ਵਿੱਚ CBI ਜਿਹੜੀ ਹੈਗੀ ਹੈ ਉਹ ਕੇਂਦਰ ਦੇ ਮਤਹਿਤ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਹੈ ਲੇਕਿਨ ਪੁਲਿਸ ਉਹਨਾਂ ਦੇ ਕੋਲ ਹੈ ਨਹੀਂ। ਉੱਥੇ ਜ਼ਿਆਦਾ ਪਾਵਰਫੁਲ ਮੁੱਖ ਮੰਤਰੀ ਦੇ ਨਾਲੋਂ ਲੈਫਟੀਨੈਂਟ ਗਵਰਨਰ ਹੈ ਔਰ ਲੈਫਟੀਨੈਂਟ ਗਵਰਨਰ ਇਹਨਾਂ ਦੇ ਵਿਰੋਧ ਵਿੱਚ ਹੈ। ਪਰ ਤੁਸੀਂ ਦੇਖੋ ਕਿ ਕੱਲ੍ਹ ਜਿਸ ਵੇਲੇ ਸਿਸੋਦੀਆ ਸਾਹਿਬ ਨੂੰ ਬੁਲਾਇਆ ਗਿਆ, ਬੁਲਾਉਣ ਤੋਂ ਬਾਅਦ ਜੋ ਕੇਜਰੀਵਾਲ ਸਾਹਿਬ ਨੇ ਟਵੀਟ ਕੀਤਾ, ਉਹਨਾਂ ਨੇ ਉਹ ਟਵੀਟ ਮੇਰੇ ਤਾਂ ਖਿਆਲ ਮੁਤਾਬਕ ਆਪਾਂ ਪੰਜਾਬੀ ਹਾਂ ਸਾਰੇ, ਜਿਹੜਾ ਉਹਨਾਂ ਨੇ ਟਵੀਟ ਕੀਤਾ ਟਵੀਟ ਕੋਈ ਬਹੁਤਾ ਚੰਗਾ ਨਹੀਂ ਸੀ।
ਉਹਨਾਂ ਨੇ ਕਿਹਾ ਹੈ ਕਿ ਸਤਿੰਦਰ ਜੈਨ ਜਿਹੜੇ ਆਲਰੇਡੀ ਈਡੀ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਹੈ, ਔਰ ਮਨੀਸ਼ ਸਿਸੋਦੀਆ, ਇਹ ਅੱਜ ਦੇ ਯੁੱਗ ਦੇ ਭਗਤ ਸਿੰਘ ਹੈ। ਦੇਖੋ, ਜਿਹੜਾ ਪਾਰਲੀਮੈਂਟਰੀ ਪੋਲੀਟਿਕਸ ਦੇ ਵਿੱਚ ਹਿੱਸਾ ਲੈਣ ਵਾਲੇ ਲੋਕ ਤੇ ਜੰਗੇ ਆਜ਼ਾਦੀ ਦੇ ਲਈ ਜੂਝਣ ਵਾਲੇ ਲੋਕ ਜਾਂ ਜਿਹੜੇ ਰੈਵੋਲੂਸ਼ਨਰੀ ਲੋਕ ਹੈ, ਉਹਨਾਂ ਨੂੰ ਆਪਾਂ ਇੱਕੋ ਜਿਹੇ ਨਹੀਂ ਕਰ ਸਕਦੇ। ਰੈਵੋਲੂਸ਼ਨਰੀ ਲੋਕਾਂ ਨੇ ਤਾਂ ਵੋਟਾਂ ਤੋਂ ਕੁਛ ਲੈਣਾ ਹੀ ਨਹੀਂ। ਭਗਤ ਸਿੰਘ ਹੋਰਾਂ ਦੇ ਨਿਸ਼ਾਨੇ ਬਾਰੇ ਆਪਾਂ ਜਾਣਦੇ ਹਾਂ। ਛੋਟੀ ਉਮਰ ਦੇ ਵਿੱਚ 23 ਸਾਲ ਦੀ ਉਮਰ ਦੇ ਵਿੱਚ ਉਹ ਬੰਦੇ ਨੇ ਲਿਖ ਪੜ੍ਹ ਵੀ ਬਹੁਤ ਲਿਆ। ਉਹਨੇ ਇਹੋ ਜਿਹੇ ਡਾਕੂਮੈਂਟ ਵੀ ਲਿਖ ਦਿੱਤੇ ਹੈ, ਦਸਤਾਵੇਜ਼, ਜਿਨ੍ਹਾਂ ਨੂੰ ਲੋਕ ਅੱਜ ਆਪਣੇ ਲਈ ਪ੍ਰੇਰਨਾ ਸਰੋਤ ਸਮਝਦੇ ਹੈ। ਔਰ ਉਹਨਾਂ ਨੇ ਜਿਹੜੀ ਹੈਗੀ ਆ ਫਾਂਸੀ ਦਾ ਫੰਦਾ ਆਪਦੇ ਗਲ ਦੇ ਵਿੱਚ ਵੀ ਪਾ ਲਿਆ। ਜੇ ਚਾਹੁੰਦੇ ਭਗਤ ਸਿੰਘ ਹੋਣੀ ਆਪਣੀ ਜਾਨ ਬਚਾ ਸਕਦੇ ਸੀ। ਮੁਲਕ ਦੇ ਆਜ਼ਾਦ ਹੋਣ ਤੋਂ ਬਾਅਦ ਉਹ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਆ ਕੇ ਮੰਤਰੀ, ਮੁੱਖ ਮੰਤਰੀ ਬਣ ਸਕਦੇ ਸੀ, ਪ੍ਰਧਾਨ ਮੰਤਰੀ ਵੀ ਬਣ ਸਕਦੇ ਸੀ। ਲੇਕਿਨ ਉਹਨਾਂ ਦਾ ਮਕਸਦ ਸੀ ਦੇਸ਼ ਨੂੰ ਆਜ਼ਾਦ ਕਰਾਉਣਾ, ਉਹ ਉਸ ਪਾਸੇ ਸੀ। ਮਨੀਸ਼ ਸਿਸੋਦੀਆ ਕਹਿੰਦੇ ਜੀ, ਮੇਰਾ ਮਕਸਦ ਹੈਗਾ ਕਿ ਗਰੀਬ ਗੁਰਬੇ ਦੇ ਬੱਚਿਆਂ ਨੂੰ ਐਜੂਕੇਟ ਕਰਨਾ, ਉਹਨਾਂ ਨੂੰ ਸਾਖਰ ਬਣਾਉਣਾ, ਉਹਨਾਂ ਨੂੰ ਪੈਰਾਂ 'ਤੇ ਖੜੇ ਕਰਨਾ, ਇੰਜੀਨੀਅਰ ਵਗੈਰਾ ਬਣਾਉਣਾ। ਇਹ ਉਹ ਕਹਿੰਦੇ ਆ, ਅਤੇ ਇਹੀ ਗੱਲ ਕੇਜਰੀਵਾਲ ਸਾਹਿਬ ਕਹਿੰਦੇ ਹੈ। ਲੇਕਿਨ ਕਰਦੇ ਤਾਂ ਉਹ ਵੀ ਰਾਜਨੀਤੀ ਹੈ। ਇਹ ਠੀਕ ਹੈ ਕਿ ਈਡੀ ਨੇ ਵੀ ਉਹਨਾਂ ਦੇ ਘਰੇ ਰੇਡਾਂ ਕੀਤੀਆਂ, CBI ਨੇ ਵੀ ਰੇਡਾਂ ਕੀਤੀਆਂ, ਲੇਕਿਨ ਉਹਨਾਂ ਦੀ ਕੋਈ ਬਹੁਤੀ ਜ਼ਮੀਨ ਜਾਇਦਾਦ ਵਗੈਰਾ ਨਹੀਂ ਮਿਲੀ। 9 ਘੰਟੇ ਉਹਨਾਂ ਦੀ ਪੁੱਛਗਿੱਛ ਹੁੰਦੀ ਹੈ। 9 ਘੰਟੇ ਤੋਂ ਬਾਅਦ ਜਦੋਂ ਬਾਹਰ ਆਉਂਦੇ ਹੈ ਤਾਂ ਬਾਹਰ ਆ ਕਿਉਂ ਕੀ ਕਹਿੰਦੇ ਹੈ? ਬਾਹਰ ਆ ਕਿਉਂ ਕਹਿੰਦੇ ਹੈ ਜੀ ਵੀ ਮੈਨੂੰ CBI ਵਾਲੇ ਇਹ ਗੱਲ ਕਹਿੰਦੇ ਸੀ ਕਿ ਇੱਧਰ ਤੁਸੀਂ ਡਿਪਟੀ ਮੁੱਖ ਮੰਤਰੀ ਹੋ, ਜੇ ਤੁਸੀਂ ਆਮ ਆਦਮੀ ਪਾਰਟੀ ਦਾ ਖਹਿੜਾ ਛੱਡ ਦਿਓ ਤਾਂ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਵਾ ਸਕਦੇ ਹਾਂ। ਤੁਸੀਂ BJP 'ਚ ਆ ਜਾਓ, ਤੁਸੀਂ ਮੁੱਖ ਮੰਤਰੀ ਬਣੋਗੇ, ਜੋ ਚਾਹੋਗੇ ਤੁਹਾਡਾ ਸਾਰਾ ਕੁਛ ਹੀ ਹੋ ਜੂ, ਇਸ ਪਾਸੇ ਨੂੰ ਆ ਜਾਓ। ਉਹ ਕਹਿੰਦੇ ਮੈਂ ਨਹੀਂ ਆਉਂਦਾ, ਮੈਂ ਨਹੀਂ ਆਉਣਾ। ਉਹ ਕਹਿੰਦੇ ਜੀ ਮੈਂ ਉਹਨਾਂ ਨੂੰ ਜਵਾਬ ਦੇ ਦਿੱਤਾ। ਪਰ ਆਪਾਂ ਜਾਣਦੇ ਕਿ ਏਜੰਸੀਆਂ ਤੰਗ ਕਰਦੀਆਂ, ਪਰੇਸ਼ਾਨ ਕਰਦੀਆਂ। ਪੋਲੀਟੀਕਲ ਸੌਦੇਬਾਜ਼ੀ ਜਿਹੜੀ ਹੈਗੀ ਇਹ ਤਾਂ ਹਮੇਸ਼ਾ ਪੋਲੀਟੀਕਲ ਲੋਕ ਕਰਦੇ, ਇਹ ਏਜੰਸੀਆਂ ਨਹੀਂ ਨਾ ਕਰਦੀਆਂ। ਏਜੰਸੀਆਂ ਤੰਗ ਕਰ ਸਕਦੀਆਂ। ਇੱਥੇ ਮੇਰੇ ਖਿਆਲ ਮੁਤਾਬਕ ਇਹ ਇੱਕ ਕੋਰਾ ਝੂਠ ਹੈ। ਔਰ ਇਹਦੇ 'ਤੇ ਹੁਣ ਤੁਸੀਂ ਦੇਖੋ ਕਿ ਕੁਛ ਲੋਕ ਜਿਹੜੇ ਹੈਗੇ ਆ ਉਹ ਖੜੇ ਵੀ ਹੋਣੇ ਸ਼ੁਰੂ ਹੋ ਗਏ। ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਹੈ ਜਿਹੜੇ, ਉਹ ਵੀ ਮੈਦਾਨ ਦੇ ਵਿੱਚ ਆ ਗਏ। ਉਹਨਾਂ ਨੇ ਵੀ ਕਹਿ ਦਿੱਤਾ ਕਿ ਤੁਸੀਂ ਸ਼ਹੀਦਾਂ ਦੇ ਨਾਲ ਇਹਨਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਕਿਵੇਂ ਕਰਦੇ ਹੋ। ਇਹ ਜਿਹੜੀ ਤੁਲਨਾ ਕਰਨੀ ਹੀ ਜਿਹੜੀ ਹੈ ਕਿਸਮ ਦਾ ਪਾਪ ਹੈ, ਬੱਜਰ ਪਾਪ ਆ, ਅਪਰਾਧ ਹੈ, ਇਹ ਅਜਿਹਾ ਨਹੀਂ ਹੋਣਾ ਚਾਹੀਦਾ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਸਿਸੋਦੀਆ ਸਾਹਿਬ CBI ਦੀ ਜਿਹੜੀ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਜਾ ਰਹੇ ਹੈ, ਉਸ ਵੇਲੇ ਉਹਨਾਂ ਦੀ ਵਾਈਫ ਉਹਨਾਂ ਨੂੰ ਟਿੱਕਾ ਲਾਉਂਦੀ ਹੈ, ਉਹਨਾਂ ਦੀ ਮਾਤਾ ਉਹਨਾਂ ਦੇ ਗਲੇ ਦੇ ਵਿੱਚ ਪਟਕਾ ਪਾਉਂਦੀ ਹੈ, ਔਰ ਉਹ ਇੱਕ ਪੂਰੇ ਜਿਹੜਾ ਹੈਗਾ ਲਾਮ ਲਸ਼ਕਰ ਦੇ ਨਾਲ ਪੂਰਾ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਉੱਥੇ ਜਾਂਦੇ ਹੈ। ਉਹ ਤੋਂ ਪਹਿਲਾਂ ਉਹ ਮਹਾਤਮਾ ਗਾਂਧੀ ਦੇ ਜਿਹੜਾ ਹੈਗਾ ਰਾਜਘਾਟ, ਉੱਥੇ ਜਾ ਕੇ ਉਹਨਾਂ ਨੂੰ ਵੀ ਨਤਮਸਤਕ ਹੁੰਦੇ ਹੈ, ਉਹਨਾਂ ਤੋਂ ਵੀ ਪ੍ਰੇਰਨਾ ਲੈਂਦੇ ਹੈ। ਹੁਣ ਤੁਸੀਂ ਇੱਕੋ ਟਾਈਮ ਦੇ ਉੱਤੇ ਦੇਖੋ ਵੀ ਮਹਾਤਮਾ ਗਾਂਧੀ ਤੋਂ ਵੀ ਪ੍ਰੇਰਨਾ ਲੈ ਰਹੇ ਹੈ, ਉਹਨਾਂ ਤੋਂ ਵੀ ਆਸ਼ੀਰਵਾਦ ਲੈ ਰਹੇ ਹੈ, ਅਤੇ ਉਹ ਭਗਤ ਸਿੰਘ ਦੇ ਵਾਰਸ ਵੀ ਹੈ। ਇਹ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਹੁੰਦੀ ਰਾਜਨੀਤੀ ਹੈ। ਰਾਜਨੀਤੀ ਤੋਂ ਬਾਅਦ ਇੱਥੇ ਕੁਛ ਵੀ ਨਹੀਂ, ਕਿਉਂਕਿ ਮੁੱਖ ਏਜੰਡਾ ਜਿਹੜਾ ਹੈ ਇਸ ਵੇਲੇ ਗੁਜਰਾਤ ਹੈ। ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਇਹਨਾਂ ਦੇ ਲੋਕ ਵੀ ਦੂਜੀਆਂ ਪੋਲੀਟੀਕਲ ਪਾਰਟੀਆਂ ਦੀ ਤਰ੍ਹਾਂ ਜਿਹੜੀ ਹੈਗੀ ਆ ਕਰਪਸ਼ਨ ਦੀ ਦਲਦਲ ਦੇ ਵਿੱਚ ਖੁੱਬੇ ਹੋਏ, ਉਹ ਇਹ ਸਾਬਤ ਕਰਨਾ ਚਾਹੁੰਦੇ ਹੈ। ਆਮ ਆਦਮੀ ਪਾਰਟੀ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਅਸੀਂ ਸੱਚੇ ਸੁੱਚੇ ਹਾਂ ਅਤੇ ਕੱਟੜ ਇਮਾਨਦਾਰ ਹਾਂ। ਮੰਨ ਲਓ ਹਕੂਮਤਾਂ ਜੀ ਜੇ ਕੱਟੜ ਇਮਾਨਦਾਰ ਹੋਣ ਤਾਂ ਮੇਰਾ ਇੱਕ ਸਵਾਲ ਹੈ ਕਿ ਮਿਸਟਰ ਸਿੰਗਲਾ, ਵਿਜੇ ਕੁਮਾਰ ਸਿੰਗਲਾ, ਜਿਹੜੇ ਇਹਨਾਂ ਦੇ ਮਾਨਸਾ ਤੋਂ MLA ਹੈ, ਡਾਕਟਰ ਸਾਹਿਬ, ਉਹਨਾਂ ਨੂੰ ਇਹਨਾਂ ਨੇ ਬਣਾ ਦਿੱਤਾ ਸੀ ਹੈਲਥ ਮਿਨਿਸਟਰ। ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਾਲ ਕਰਦੇ ਆ ਆਪਣੀ ਰਿਹਾਇਸ਼ 'ਤੇ, ਉੱਥੇ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਦੇ ਆ, ਉਹ ਬਾਹਰ ਨਿਕਲਦੇ ਆ। ਉਹਨਾਂ ਦੇ ਬਾਹਰ ਨਿਕਲਣ ਦੇ ਨਾਲ ਦੀ ਨਾਲ ਹੀ ਭਗਵੰਤ ਸਿੰਘ ਮਾਨ ਹੋਰਾਂ ਦੀ ਇੱਕ ਵੀਡੀਓ ਹੈ ਜਿਹੜੀ ਉਹ ਪ੍ਰਸਾਰਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਇਹਨੂੰ ਆਪਣੇ ਘਰ ਬੁਲਾਇਆ ਸੀ, ਮੇਰੇ ਕੋਲ ਇੱਕ ਆਡੀਓ ਹੈ। ਉਸ ਆਡੀਓ ਤੋਂ ਇਹ ਸਾਬਤ ਹੁੰਦਾ ਕਿ ਇਹਨਾਂ ਨੇ ਕੁਛ ਕਮਿਸ਼ਨ ਦੇ ਰੂਪ ਦੇ ਵਿੱਚ ਕੋਈ ਰਕਮ ਮੰਗੀ ਹੈ। ਮੈਂ ਇਹਨਾਂ ਨੂੰ ਪੁੱਛਿਆ ਅਤੇ ਇਹਨਾਂ ਨੇ ਮੰਨ ਲਿਆ। ਇਸ ਲਈ ਮੈਂ ਇਹਨਾਂ ਨੂੰ ਆਪਣੇ ਮੰਤਰੀ ਮੰਡਲ 'ਚੋਂ ਵੀ ਬਰਖਾਸਤ ਕਰਦਾ, ਔਰ ਇਹ ਮੈਂ ਮਾਮਲਾ ਪੁਲਿਸ ਦੇ ਸਪੁਰਦ ਕਰਦਾ, ਪੁਲਿਸ ਕਾਰਵਾਈ ਕਰੇ। ਅਤੇ ਜਿਸ ਵੇਲੇ ਸਿੰਗਲਾ ਸਾਹਿਬ ਬਾਹਰ ਨਿਕਲੇ ਅਤੇ ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ। ਉਹ ਜੇਲ੍ਹ 'ਚ ਵੀ ਰਹੇ। ਜੇਲ੍ਹ 'ਚ ਰਹਿਣ ਵੇਲੇ ਵੀ ਉਹਨਾਂ ਨੂੰ ਬੇਲ ਜਿਹੜੀ ਹੈ ਹਾਈ ਕੋਰਟ 'ਚੋਂ ਮਿਲਣੀ ਹੈ। ਹਾਈ ਕੋਰਟ ਦੇ ਵਿੱਚ ਵਾਰ-ਵਾਰ ਜੱਜ ਸਾਹਿਬ ਕਹਿੰਦੇ ਆ ਸਰਕਾਰੀ ਵਕੀਲ ਨੂੰ ਕਿ ਤੁਹਾਡਾ ਜਿਹੜਾ ਹੈਗਾ ਨਜ਼ਰੀਆ ਦੱਸੋ ਕੀ ਹੈ, ਅਤੇ ਸਰਕਾਰੀ ਵਕੀਲ ਆਪਣਾ ਨਜ਼ਰੀਆ ਦੱਸਣ ਨੂੰ ਤਿਆਰ ਨਹੀਂ। ਉਹ ਕਹਿੰਦਾ ਜੀ ਮੈਂ ਸਰਕਾਰ ਤੋਂ ਇਨਸਟਰਕਸ਼ਨਸ ਲੈਣੀਆਂ, ਔਰ ਐਡਵੋਕੇਟ ਜਨਰਲ ਤੋਂ ਇਨਸਟਰਕਸ਼ਨਸ ਲੈਣੀਆਂ। ਐਡਵੋਕੇਟ ਜਨਰਲ ਸਾਹਿਬ ਆਉਂਦੇ ਆ, ਉਹ ਵੀ ਸਰਕਾਰ ਵਾਲੀ ਗੱਲ ਕਰਦੇ ਆ। ਅਲਟੀਮੇਟਲੀ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ।
ਲੇਕਿਨ ਜੇ ਕੱਟੜ ਇਮਾਨਦਾਰ ਪਾਰਟੀ ਹੈ ਤੇ ਕੱਟੜ ਇਮਾਨਦਾਰ ਪਾਰਟੀ ਨੇ ਉਸ ਬੰਦੇ ਨੂੰ ਸਸਪੈਂਡ ਕਿਉਂ ਨਹੀਂ ਕੀਤਾ, ਡਿਸਮਿਸ ਨਾ ਕਰਨ, ਘੱਟੋ ਘੱਟ ਸਸਪੈਂਡ ਤਾਂ ਕਰ ਸਕਦੇ ਕਿ ਜਿੰਨੀ ਦੇਰ ਤੱਕ ਤੁਸੀਂ ਪਾਕ ਪਵਿੱਤਰ ਹੋ ਕੇ ਨਹੀਂ ਨਿਕਲਦੇ, ਤੁਹਾਨੂੰ ਕਲੀਨ ਚਿੱਟ ਨਹੀਂ ਮਿਲਦੀ, ਅਸੀਂ ਤੁਹਾਨੂੰ ਸਸਪੈਂਡ ਕਰਦੇ ਹਾਂ। ਉਹ ਅੱਜ ਵੀ ਉਹਨਾਂ ਦੇ ਜਿਹੜੇ ਹੈਗੇ ਮਾਣਯੋਗ ਮੈਂਬਰ ਹੈ। ਹੋਰ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਹੈ। ਸੋ ਇਮਾਨਦਾਰੀ ਦਾ ਬੁਰਕਾ ਪਾਉਣ ਦਾ, ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣਾ ਹੈ, ਕੋਈ ਵੀ ਕਿਸੇ ਨੂੰ ਕਹਿ ਲਵੇ, ਹਰ ਇੱਕ ਵੀ ਹੈ, ਤੁਸੀਂ ਵੀ ਇਮਾਨਦਾਰ ਹੋ, ਮੈਂ ਵੀ ਇਮਾਨਦਾਰ ਹਾਂ, ਪਰ ਸਾਡਾ ਫੈਸਲਾ ਲੋਕਾਂ ਨੇ ਕਰਨਾ ਹੈ। ਲੋਕਾਂ ਨੇ ਰਾਜ ਪ੍ਰਬੰਧ ਦੇਖਣਾ ਕਿ ਰਾਜ ਪ੍ਰਬੰਧ ਕਿਹੋ ਜਿਹਾ ਚੱਲਦਾ ਹੈ। ਜੇ ਰਾਜ ਪ੍ਰਬੰਧ ਠੀਕ ਦਿਸ਼ਾ ਦੇ ਵਿੱਚ ਚੱਲਦਾ ਤਾਂ ਅਸੀਂ ਕਹਾਂਗੇ ਇਹ ਰਾਜ ਪ੍ਰਬੰਧ ਠੀਕ ਹੈ। ਇਹ ਠੀਕ ਹੈ ਕਿ ਆਮ ਆਦਮੀ ਪਾਰਟੀ ਨੇ ਕੁਝ ਚੰਗੀਆਂ ਗੱਲਾਂ ਕੀਤੀਆਂ, ਉਹਨਾਂ ਨੂੰ ਆਪਾਂ ਨੂੰ ਜੇ ਕਰਪਸ਼ਨ ਦੇ ਖਿਲਾਫ ਮੁਹਿੰਮ ਚਲਾਈ ਹੈ ਤਾਂ ਅਸੀਂ ਇਹਨੂੰ ਵੈਲਕਮ ਕਰਦੇ ਹਾਂ। ਲੇਕਿਨ ਹਰ ਗੱਲ ਜਿਹੜੀ ਹੈਗੀ ਕਿ ਜੀ ਅਸੀਂ ਸਿਰਫ ਤੇ ਸਿਰਫ ਅਸੀਂ ਕੱਟੜੇ ਇਮਾਨਦਾਰ ਹਾਂ, ਸਰਕਾਰ ਸਾਡੀ ਬਣਾ ਦਿਓ, ਇਹ ਉੱਥੇ ਖੜੋਤੇ ਹੈ। ਉਹਨਾਂ ਦੇ ਕੋਲੇ ਕਿਉਂਕਿ ਪਹਿਲਾਂ ਬੜੇ ਲੰਬੇ ਸਮੇਂ ਤੋਂ ਉੱਥੇ ਬੀਜੇਪੀ ਦੀ ਸਰਕਾਰ ਹੈ ਔਰ ਦੋ ਪਾਵਰਫੁਲ ਵਿਅਕਤੀ ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹ ਗੁਜਰਾਤ ਤੋਂ ਆਉਂਦੇ ਹੈ, ਉਹ ਬਰਦਾਸ਼ਤ ਹੀ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਹਾਰ ਹੋਵੇ। ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਵੀ ਪੋਲੀਟਿਕਸ ਹੈ। ਮੈਂ ਜਿਵੇਂ ਕਿ ਪਹਿਲਾਂ ਕਿਹਾ ਸੀ ਕਿ ਪੋਲੀਟਿਕਸ ਜੇ ਰਾਜਨੀਤਿਕ ਬੰਦਾ ਛਿੱਕ ਵੀ ਮਾਰਦਾ ਹੈ ਤੇ ਉਹਦੀ ਛਿੱਕ ਦੇ ਵਿੱਚ ਵੀ ਪੋਲੀਟਿਕਸ ਹੁੰਦੀ ਹੈ। ਸਾਰਾ ਕੁਝ ਪੋਲੀਟਿਕਸ ਦੇ ਆਲੇ ਦੁਆਲੇ ਘੁੰਮਦਾ ਹੈ। ਜੀ 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 ਬਿਲਕੁਲ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਰਡਾਰ ਤੇ ਨੇ ਤੇ ਪੰਜਾਬ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜੇ ਸਾਬਕਾ ਲੀਡਰ ਨੇ, ਸਾਬਕਾ ਮੰਤਰੀ, ਸਾਬਕਾ ਵਿਧਾਇਕ ਨੇ, ਉਹ ਕਾਫੀ ਰਡਾਰ ਵਿੱਚ ਨੇ। ਹਰ ਰੋਜ਼ ਇੱਕ ਨਵੀਂ ਖਬਰ ਆਉਂਦੀ ਹੈ ਸਾਬਕਾ ਮੰਤਰੀ ਤੇ ਕਾਰਵਾਈ ਦੀ ਜਾਂ ਸਾਬਕਾ ਜਿਹੜੇ MLA ਤੇ। ਸੋ ਹੁਣ ਸਿੰਚਾਈ ਘਪਲੇ ਦੇ ਵਿੱਚ ਸੀਨੀਅਰ ਅਧਿਕਾਰੀਆਂ ਤੇ ਅਕਾਲੀ ਮੰਤਰੀਆਂ ਤੋਂ ਜਿਹੜਾ ਉਹ ਪੁੱਛਗਿੱਛ ਸ਼ੁਰੂ ਹੋ ਗਿਆ। ਸੋ ਇਸ ਤੇ ਸਿੰਚਾਈ ਘਪਲੇ ਤੇ ਵੀ ਹੁਣ ਕਾਰਵਾਈ ਜਿਹੜੀ ਹੈ ਸ਼ੁਰੂ ਹੋਈ ਹੈ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਸਿੰਚਾਈ ਘਪਲੇ ਤੇ ਹੁਕੂਮਤ ਜਿਹੜੀ ਇਹਦੀ ਕਾਰਵਾਈ ਦਾ ਕਾਰਨ ਇਹ ਹੈ ਕਿ ਜਿਸ ਵੇਲੇ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਗੁਰਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਠੇਕੇਦਾਰੀ ਦਾ ਕੰਮ ਕਰਦਾ ਸੀ। ਉਹ ਕਿਉਂਕਿ ਸ਼ਹਿਰੀ ਸਿੱਖ ਹੈ ਤੇ ਉਹਦੇ ਨਾਲ ਜਿਵੇਂ ਕਿ ਆਮ ਸ਼ਹਿਰੀ ਸਿੱਖਾਂ ਨੂੰ ਪਾਪਾ ਕਹਿ ਦਿੰਦੇ ਆ, ਗੁਰਿੰਦਰ ਸਿੰਘ ਪਾਪਾ ਵੀ ਉਹਨੂੰ ਕਹਿ ਦਿੰਦੇ ਹੈ। ਉਹਦਾ ਕਾਰੋਬਾਰ ਪਹਿਲਾਂ ਬਹੁਤ ਛੋਟਾ ਸੀ ਤੇ ਫਿਰ ਉਹਦਾ ਕਾਰੋਬਾਰ ਵੱਧਦਾ ਗਿਆ ਤੇ ਅਲਟੀਮੇਟਲੀ 1200 ਕਰੋੜ ਰੁਪਏ ਦੇ ਉਸ ਬੰਦੇ ਨੂੰ ਠੇਕੇ ਮਿਲ ਗਏ। ਇਹ ਕਾਰੋਬਾਰ ਚੱਲ ਪਿਆ। ਉਹਦੇ ਵਿੱਚ ਇਲਜ਼ਾਮ ਲੱਗੇ ਕਿ ਉਹਨਾਂ ਨੇ ਬਹੁਤ ਜਿਹੜੀ ਉਹ 'ਚ ਹੇਰਾਫੇਰੀ ਕੀਤੀ ਹੈ ਜੀ, ਬੜੀ ਕਮਾਈ ਕੀਤੀ ਹੈ। ਜਾਂਦੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ, ਬਾਦਲ ਸਾਹਿਬ ਦੀ ਸਰਕਾਰ ਸੀ, ਉਹਨੇ ਉਹਨਾਂ ਨੂੰ ਡਾਢੇ ਗੱਪੇ ਦਿੱਤੇ ਹੈ। ਉਸ ਮਾਮਲੇ ਦਾ ਬੜਾ ਰੌਲਾ ਪਿਆ ਔਰ ਰੌਲਾ ਪੈਣ ਤੋਂ ਬਾਅਦ ਜਦੋਂ ਸਰਕਾਰ ਚੇਂਜ ਹੋ ਗਈ ਤੇ ਉਹਦੀ ਇੱਕ ਬਕਾਇਦਾ ਪੜਤਾਲ ਹੋਈ। ਪੜਤਾਲ ਹੋਣ ਤੋਂ ਬਾਅਦ ਕੇਸ ਰਜਿਸਟਰ ਹੋਇਆ। ਮੀਡੀਆ ਨੇ ਇਸ ਮਾਮਲੇ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਸੀ, ਛੋਟੇ ਅਖਬਾਰ ਤੋਂ ਲੈ ਕੇ ਵੱਡੇ ਅਖਬਾਰਾਂ ਤੱਕ ਨੇ ਇਹਨੂੰ ਹਾਈਲਾਈਟ ਕੀਤਾ। ਔਰ ਉਹ ਜਿਹੜਾ ਕੇਸ ਰਜਿਸਟਰ ਹੋਇਆ ਉਸ ਕੇਸ ਦੇ ਵਿੱਚ ਕਈ ਸਾਰੇ ਇੰਜੀਨੀਅਰ ਔਰ ਨਾਲ ਹੀ ਜਿਹੜਾ ਹੈਗੇ ਆ ਗੁਰਿੰਦਰ ਸਿੰਘ ਹੋਣੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹ ਜੇਲ੍ਹ ਦੇ ਵਿੱਚ ਰਹੇ, ਜ਼ਮਾਨਤਾਂ ਉਹਨਾਂ ਦੀਆਂ ਹੋ ਗਈਆਂ। ਹੁਣ ਉਹ ਕੇਸ ਚੱਲ ਰਿਹਾ ਹੈ। ਚੱਲਦੇ ਕੇਸ ਦੇ ਦੌਰਾਨ ਕੁਝ ਜਿਹੜੇ ਹੈਗੇ ਆ ਗਵਾਹ ਉਹ ਹੋਸਟਾਈਲ ਵੀ ਹੋ ਗਏ। ਲੇਕਿਨ ਇਸੇ ਸਮੇਂ ਦੌਰਾਨ ਅਖਬਾਰਾਂ ਦੇ ਵਿੱਚ ਇੱਕ ਜਾਂ ਵੀਡੀਓ ਦੇ ਆਪਾਂ ਕਹਿੰਦੇ WhatsApp ਦੇ ਵਿੱਚ ਇੱਕ ਚਿੱਠੀ ਜਿਹੜੀ ਹੈ ਜਾਂ ਇੱਕ ਬਿਆਨ ਹੈ ਉਹ ਸਰਕੂਲੇਟ ਹੋ ਗਿਆ। ਉਹ ਬਿਆਨ ਕਹਿੰਦੇ ਗੁਰਿੰਦਰ ਸਿੰਘ ਦਾ ਸੀ। ਜਦੋਂ ਗੁਰਿੰਦਰ ਸਿੰਘ ਨੂੰ ਇੰਟਰੋਗੇਟ ਕੀਤਾ, ਉਹਦੀ ਪੁੱਛਗਿੱਛ ਕੀਤੀ ਤਾਂ ਉਸ ਵੇਲੇ ਗੁਰਿੰਦਰ ਸਿੰਘ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਬਹੁਤ ਸਾਰਾ ਪੈਸਾ ਸਾਬਕਾ ਅਕਾਲੀ ਵਜ਼ੀਰਾਂ ਨੂੰ, ਉਹਨਾਂ ਦੇ ਪਰਸਨਲ ਅਸਿਸਟੈਂਟ ਹੈ PA ਵਗੈਰਾ, ਉਹਨਾਂ ਨੂੰ ਔਰ 3 ਵੱਡੇ ਅਧਿਕਾਰੀਆਂ ਨੂੰ ਮੈਂ ਪੈਸਾ ਦਿੱਤਾ ਹੈ। ਔਰ ਇਹ ਕਹਿੰਦੇ ਕਿ ਇਹ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਇਹ ਐਵੀਡੈਂਸ ਐਕਟ ਦੇ ਤਹਿਤ ਦਿੱਤਾ ਸੀ। ਐਵੀਡੈਂਸ ਐਕਟ ਦੀ ਧਾਰਾ 27 ਹੈ, ਉਹਦੇ ਤਹਿਤ ਜਿਹੜਾ ਇਹਨਾਂ ਨੂੰ ਆਪਾਂ ਕਹਾਂਗੇ ਇਨਕਸ਼ਾਫੀਆ ਬਿਆਨ, ਉਹਨਾਂ ਨੇ ਇੱਕ ਇਨਕਸ਼ਾਫ ਕੀਤਾ ਸੀ। ਲੇਕਿਨ ਉਹ ਬਿਆਨ ਉੱਥੇ ਦਾ ਉੱਥੇ ਤਰਾਇਆ ਰਹਿ ਗਿਆ, ਅੱਗੇ ਗੱਲ ਨਹੀਂ ਚੱਲੀ। ਬਾਕੀ ਸਾਰਿਆਂ ਦੇ ਤਾਂ ਚਲਾਨ ਪੇਸ਼ ਹੋ ਗਏ, 4 ਸ਼ੀਟਸ ਦਾਇਰ ਹੋ ਗਈਆਂ। ਲੇਕਿਨ ਇਸ ਮਾਮਲੇ ਦੇ ਵਿੱਚ ਨਾ ਪੜਤਾਲ ਹੋਈ ਤੇ ਨਾ 4 ਸ਼ੀਟ ਹੋਈ, ਕਿਉਂਕਿ 3 ਵੱਡੇ ਅਧਿਕਾਰੀ ਜਦੋਂ ਆਉਂਦੇ ਆ ਨਾ ਤਾਂ ਉਹ ਬਹੁਤ ਵੱਡੀ ਗੱਲ ਹੈ। 3 ਵੱਡੇ ਅਧਿਕਾਰੀਆਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹੈ, ਉਹਨਾਂ ਦੇ ਵਿੱਚੋਂ ਇੱਕ ਤਾਂ ਰਿਟਾਇਰ, ਵੈਸੇ 3 ਰਿਟਾਇਰ ਹੋ ਚੁੱਕੇ। ਇੱਕ ਤਾਂ ਉਸ ਵੇਲੇ ਚੀਫ ਸੈਕਟਰੀ ਦੇ ਰੈਂਕ ਦੇ ਉੱਤੇ ਸੀ ਮਿਸਟਰ ਸਰਵੇਸ਼ ਕੌਸ਼ਲ। ਦੂਜੇ ਜਿਹੜੇ KBS ਸਿੱਧੂ ਸੀ, KBS ਸਿੱਧੂ ਸਪੈਸ਼ਲ ਸੈਕਟਰੀ ਤਾਂ ਰਹੀ ਰਹੇ, ਸਪੈਸ਼ਲ ਚੀਫ ਸੈਕਟਰੀ। ਔਰ KBS ਸਿੱਧੂ ਰੇਸ ਦੇ ਵਿੱਚ ਸੀ ਕਿ ਉਹਨਾਂ ਨੂੰ ਪੰਜਾਬ ਦਾ ਚੀਫ ਸੈਕਟਰੀ ਲਾਇਆ ਜਾਵੇ। ਲੇਕਿਨ ਸ਼ਾਇਦ ਮੇਰਾ ਖਿਆਲ ਇਹੀ ਕਾਰਨ ਸੀ ਕਿ ਉਹਨਾਂ ਨੂੰ ਚੀਫ ਸੈਕਟਰੀ ਨਹੀਂ ਲਾਇਆ ਗਿਆ ਸੀ। ਤੀਸਰੇ ਇੱਕ ਅਧਿਕਾਰੀ ਹੋਰ ਹੈ ਸਰਦਾਰ ਕਾਹਨ ਸਿੰਘ ਪੰਨੂ। ਕਾਹਨ ਸਿੰਘ ਪੰਨੂ ਦੇ ਬਾਰੇ ਪ੍ਰਭਾਵ ਇਹ ਹੈ ਲੋਕਾਂ ਦੇ ਵਿੱਚ ਕਿ ਆਪਣੀ ਸਰਵਿਸ ਦੇ ਦੌਰਾਨ ਉਹ ਬਹੁਤ ਇਮਾਨਦਾਰ ਰਹੇ ਔਰ ਬੜੇ ਕੰਪੀਟੈਂਟ ਰਹੇ। ਉਹਨਾਂ 3 ਦਾ ਨਾਂ ਆ ਗਿਆ ਸੀ ਤੇ 2 ਅਕਾਲੀ ਮੰਤਰੀਆਂ ਦਾ ਨਾਂ ਆਉਂਦਾ ਹੈ। ਅਕਾਲੀ ਮੰਤਰੀਆਂ ਦੇ ਵਿੱਚ ਇੱਕ ਹੈਗੇ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਤੇ ਦੂਸਰੇ ਹੈਗੇ ਹੈ ਸਰਦਾਰ ਜਨਮੇਜਾ ਸਿੰਘ ਸੇਖੋਂ। ਪਰ ਕਿਉਂਕਿ ਇਸ ਮਾਮਲੇ ਦੀ ਗੱਲ ਅਗਾਂਹ ਕਿਉਂ ਨਹੀਂ ਤੁਰੀ, 3 ਜਿਹੜੇ ਸੀਨੀਅਰ ਅਧਿਕਾਰੀ ਹੈ ਇਹ IAS ਹੈਗੇ। IAS ਲੌਬੀ ਜਿਹੜੀ ਹੈ ਬੜੀ ਪਾਵਰਫੁਲ ਹੈ।
ਕੋਈ ਵੀ ਚੀਫ ਮਿਨਿਸਟਰ ਹੋਵੇ ਉਹ ਕਦੇ ਵੀ ਆਪਣੇ ਚੀਫ ਸੈਕਟਰੀ ਤੋਂ ਜਾਂ ਆਪਣੀ ਜਿਹੜੀ IAS ਲੌਬੀ ਹੈ ਉਹਨਾਂ ਤੋਂ ਬਾਹਰ ਉਹਦੇ ਲਈ ਜਾਣਾ ਬੜਾ ਮੁਸ਼ਕਲ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਦੇ ਵਿੱਚ ਵੀ ਇਹ ਮਾਮਲਾ ਉਠਾਇਆ ਗਿਆ ਸੀ ਕਿ ਇਹਦੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਦੀ ਪ੍ਰਵਾਨਗੀ ਮਿਲ ਜਾਵੇ। ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਵੀ IAS ਅਫਸਰ ਦਾ ਜਾਂ ਸੀਨੀਅਰ ਅਧਿਕਾਰੀ ਦੀ ਪੁੱਛ ਪੜਤਾਲ ਕਰਨੀ ਹੁੰਦੀ ਹੈ ਉਹਦੀ ਵੀ ਪਰਮਿਸ਼ਨ ਲੈਣੀ ਪੈਂਦੀ ਹੈ। ਪਹਿਲਾਂ ਪੁੱਛ ਪੜਤਾਲ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਹੈ। ਪੁੱਛ ਪੜਤਾਲ ਮੁਕੰਮਲ ਹੋ ਜੇ, ਉਸ ਬੰਦੇ ਦੇ ਖਿਲਾਫ ਕੇਸ ਰਜਿਸਟਰ ਹੋ ਜੇ ਤਾਂ ਕੇਸ ਚਲਾਉਣ ਤੋਂ ਪਹਿਲਾਂ, ਚਾਰਜ ਸ਼ੀਟ ਦਾਇਰ ਕਰਨ ਤੋਂ ਪਹਿਲਾਂ ਫਿਰ ਉਹਦੀ ਪ੍ਰਵਾਨਗੀ ਲੈਣੀ ਪੈਂਦੀ ਹੈ ਸਰਕਾਰ ਤੋਂ ਕਿ ਜਿਹਦੀ ਪ੍ਰਵਾਨਗੀ ਦਿੱਤੀ ਜਾਵੇ। ਸਰਕਾਰ ਦੀ ਮਰਜ਼ੀ ਹੈ ਕਿ ਉਹਨਾਂ ਨੂੰ ਪ੍ਰਵਾਨਗੀ ਦਿੰਦੀ ਹੈ ਜਾਂ ਨਹੀਂ ਦਿੰਦੀ, ਕਿਉਂਕਿ ਇੱਕ ਐਕਟ ਹੈ ਇਹਨਾਂ ਦਾ ਜਿਹੜਾ ਸਰਵਿਸ ਦਾ ਐਕਟ ਹੈ, ਉਸ ਐਕਟ ਦੇ ਵਿੱਚ ਇਹ ਪ੍ਰਬੰਧ ਕੀਤਾ ਹੋਇਆ ਹੈ ਕਿ ਇਹਨਾਂ ਨੂੰ ਜ਼ਿਆਦਾ ਲੋਕ ਖੱਜਲ ਖੁਆਰ ਨਾ ਕਰਨ। ਇਹਦੇ ਵਿੱਚ ਸਰਕਾਰ ਦੀ ਪ੍ਰਵਾਨਗੀ ਲੈਣੀ ਅਤੀ ਜ਼ਰੂਰੀ ਹੈ। ਸੋ ਬੜੀਆਂ ਕੋਸ਼ਿਸ਼ਾਂ ਕੀਤੀਆਂ ਵਿਜੀਲੈਂਸ ਵਾਲਿਆਂ ਨੇ ਤਾਂ ਉਸ ਵੇਲੇ ਜਿਹੜੀ ਹੈਗੀ ਇਹਦੀ ਪ੍ਰਵਾਨਗੀ ਨਹੀਂ ਸੀ ਮਿਲੀ। ਵੈਸੇ ਆਪਾਂ ਨੂੰ ਵਿਜੀਲੈਂਸ ਦੇ ਉੱਤੇ ਜਿਹੜਾ ਉਸ ਵੇਲੇ ਦਾ ਵਿਜੀਲੈਂਸ ਦਾ ਢਾਂਚਾ ਹੈ, ਸਿਸਟਮ ਹੈ, ਉਹਦੇ 'ਤੇ ਵੀ ਥੋੜ੍ਹੀ ਜਿਹੀ ਗੱਲ ਕਰਨੀ ਪੈਣੀ ਹੈ। ਉਸ ਵੇਲੇ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਸੀ ਉਹਨਾਂ ਅਧਿਕਾਰੀਆਂ ਨੂੰ ਵੀ ਆਪਾਂ ਕਹਿ ਸਕਦੇ ਹਾਂ ਕਿ ਬਦ ਨਾਲੋਂ ਬਦਨਾਮ ਬੁਰੇ ਵਾਲੀ ਉਹਨਾਂ ਦੀ ਗੱਲ ਸੀ। ਉਦੋਂ ਵੀ ਇਹ ਕਿਹਾ ਜਾਂਦਾ ਸੀ ਕਿ ਇਹ ਅਧਿਕਾਰੀ ਕੁਛ ਨਹੀਂ ਕਰਦੇ, ਇਹਨਾਂ ਦਾ ਕੰਮ ਤਾਂ ਸਿਰਫ ਇਹ ਹੈ ਕਿ ਸਰਕਾਰ ਅਤੇ ਸਰਕਾਰ ਵੱਲੋਂ ਜਿਹੜੇ ਉਹਨਾਂ ਦੇ ਲਾਏ ਹੋਏ ਇੰਚਾਰਜ ਹੈ ਉਹਨਾਂ ਇੰਚਾਰਜਾਂ ਤੋਂ ਇਹਨਾਂ ਨੇ ਦਿਸ਼ਾ ਨਿਰਦੇਸ਼ ਲੈਣੇ, ਇਹਨੂੰ ਫੜ ਲਓ, ਇਹਨੂੰ ਛੱਡ ਦਿਓ, ਜੋ ਕਰਨਾ ਉਹਨਾਂ ਨੇ ਇਹੀ ਕਰਨਾ, ਇਹ ਤੋਂ ਅੱਗੇ ਕੁਛ ਨਹੀਂ ਸੀ ਹੁੰਦਾ। ਕਿਉਂਕਿ ਨਵੀਂ ਸਰਕਾਰ ਆ ਗਈ, ਨਵੀਂ ਸਰਕਾਰ ਤਬਦੀਲੀ ਲੈ ਕੇ ਆਈ ਸੀ ਔਰ ਡੇ 1 ਤੋਂ ਜਦੋਂ ਨਵੀਂ ਸਰਕਾਰ ਆਈ ਤਾਂ ਮੀਡੀਆ ਨੇ ਇਸ ਮਾਮਲੇ ਨੂੰ ਫੇਰ ਚੁੱਕਿਆ ਵੀ ਕੀ ਇਹਦੀ ਪ੍ਰਵਾਨਗੀ ਦਿੱਤੀ ਜਾਊਗੀ, ਕਿ ਭਗਵੰਤ ਸਿੰਘ ਮਾਨ ਹੋਰੀ ਜੇ ਇੰਨੀ ਸੱਚੇ ਸੁੱਚਾ ਪ੍ਰਸ਼ਾਸਨ ਦੇਣਾ ਚਾਹੁੰਦੇ ਹੈ ਤਾਂ ਇਹਨਾਂ ਦੀ ਪ੍ਰਵਾਨਗੀ ਕਿਉਂ ਨਹੀਂ ਮਿਲਦੀ। ਸੋ ਪਿਛਲੇ ਦਿਨਾਂ ਦੇ ਵਿੱਚ ਉਹ ਪ੍ਰਵਾਨਗੀ ਹੋ ਗਈ ਸੀ। ਉਸ ਪ੍ਰਵਾਨਗੀ ਤੋਂ ਬਾਅਦ ਪਹਿਲਾਂ ਇਹਨਾਂ ਨੇ ਫੈਸਲਾ ਕੀਤਾ ਕਿ 3 ਸੀਨੀਅਰ IAS ਅਫਸਰ ਹੈ ਜਿਹੜੇ ਉਹਨਾਂ ਨੂੰ ਸਮਨ ਕੀਤਾ ਜਾਵੇ। ਸਰਦਾਰ ਕਾਹਨ ਸਿੰਘ ਪੰਨੂ ਪਹਿਲਾਂ ਹੀ ਮਿਲ ਚੁੱਕੇ ਸੀ ਚੀਫ ਮਿਨਿਸਟਰ ਨੂੰ ਔਰ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ, ਜੀ ਮੈਂ ਬੇਗੁਨਾਹ, ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਮੇਰੇ ਨਾਲ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਚੀਫ ਮਿਨਿਸਟਰ ਨੇ ਉਹ ਐਪਲੀਕੇਸ਼ਨ ਵੀ ਵਿਜੀਲੈਂਸ ਨੂੰ ਭੇਜਤੀ ਕਿ ਇਹਨੂੰ ਵੀ ਤੁਸੀਂ ਨਾਲ ਹੀ ਪੜਤਾਲ ਲਓ। ਤਾਂ ਅੱਜ ਉਹਨਾਂ ਨੇ ਕਾਹਨ ਸਿੰਘ ਪੰਨੂ ਨੂੰ ਸਮਨ ਕੀਤਾ ਸੀ। ਇਹ ਨਹੀਂ ਮੈਨੂੰ ਪਤਾ ਕਿ ਹੁਣ ਤੱਕ ਉਹ ਆ ਗਏ ਹੈ ਜਾਂ ਉਹਨਾਂ ਦੀ ਪੁੱਛ ਪੜਤਾਲ ਕੀ ਹੋਣੀ। ਇਹ ਤੋਂ ਬਾਅਦ ਫਿਰ KBS ਸਿੱਧੂ ਅਤੇ ਸਰਵੇਸ਼ ਕੌਸ਼ਲ ਦੀ ਵਾਰੀ ਆਉਣੀ ਹੈ ਅਤੇ ਉਹ ਤੋਂ ਬਾਅਦ ਫਿਰ ਜਿਹੜੇ ਹੈਗੇ ਆ ਜੀ ਦੋਨੋਂ ਅਕਾਲੀ ਮੰਤਰੀ ਅਤੇ ਉਹਨਾਂ ਦੇ ਲੋਕ ਹੈ ਜਿਹੜੇ ਉਹਨਾਂ ਦੇ ਅਮਲੇ ਦੇ ਲੋਕ, ਉਹਨਾਂ ਨੂੰ ਬੁਲਾਉਣ ਵਾਲੀ ਗੱਲ ਹੈ। ਜੋ ਆਪਣੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ, ਜਿਹੜਾ ਜੋ ਕੁਛ ਇਹਨੇ ਬਿਆਨ ਦਿੱਤਾ ਸੀ ਆਪਣਾ ਗੁਰਿੰਦਰ ਸਿੰਘ ਨੇ ਕਿਹਾ ਕਿ ਇੱਕ ਸੇਵਾ ਮੁਕਤ ਅਧਿਕਾਰੀ ਨੂੰ ਮੈਂ 5.5 ਕਰੋੜ ਰੁਪਏ, ਦੂਜੇ ਨੂੰ 8.5 ਕਰੋੜ ਰੁਪਏ ਅਤੇ ਤੀਜੇ ਅਧਿਕਾਰੀ ਨੂੰ 7 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਸ ਰਿਸ਼ਵਤ ਦੇ ਬਦਲੇ ਉਹ ਕਹਿੰਦਾ ਵੀ ਮੈਨੂੰ ਵਿਭਾਗ ਤੋਂ ਬਿੱਲ ਪਾਸ ਕਰਵਾਉਣ ਅਤੇ ਕੰਮ ਅਲਾਟ ਕਰਵਾਉਣ, ਮਸ਼ੀਨਾਂ ਦੀ ਖਰੀਦੋ ਫਰੋਖਤ ਦੇ ਵਿੱਚ ਹਰ ਤਰ੍ਹਾਂ ਦੀ ਖੁੱਲ੍ਹ ਸੀ ਕਿ ਜੋ ਮੈਂ ਮਰਜ਼ੀਆਂ ਕਰਾਂ। ਇਸੇ ਤਰੀਕੇ ਉਹ ਕਹਿੰਦੇ ਵੀ ਇਹ ਜਿਹੜੇ ਠੇਕੇਦਾਰ ਸਾਹਿਬ ਕਹਿੰਦੇ ਹੈ ਕਿ 2 ਸਾਬਕਾ ਮੰਤਰੀਆਂ ਅਤੇ ਉਹਨਾਂ ਦੇ ਨਿੱਜੀ ਸਹਾਇਕਾਂ ਨੂੰ ਵੀ ਮੋਟਾ ਗੱਫਾ ਦੇਣ ਦਾ ਖੁਲਾਸਾ ਕੀਤਾ ਹੈ। ਇਹ ਜਿਹੜਾ ਦਸਤਾਵੇਜ਼ ਹੈ, ਜਿਹੜੀ ਇਹ ਚਿੱਠੀ ਹੈ, ਇਹ ਚਿੱਠੀ ਦੱਸਦੀ ਹੈ ਕਿ ਇੱਕ ਮੰਤਰੀ ਦੇ PA ਨੂੰ 2.5 ਕਰੋੜ ਰੁਪਏ ਅਤੇ ਦੂਜੇ ਸਾਬਕਾ ਮੰਤਰੀ ਨੂੰ 7.5 ਕਰੋੜ ਅਤੇ 35 ਲੱਖ ਰੁਪਏ ਔਰ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਦੂਜੇ ਮੰਤਰੀ ਨੂੰ 4 ਕਰੋੜ ਰੁਪਏ ਅਤੇ ਉਹਦੇ ਨਿੱਜੀ ਸਹਾਇਕ ਨੂੰ 50 ਲੱਖ ਰੁਪਏ ਦੇਣਾ ਮੰਨਿਆ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇੰਨੀਆਂ ਰਕਮਾਂ, ਮੇਰਾ ਖਿਆਲ ਹੈ ਕੌਮਤਾ ਜੀ ਆਪਣੇ ਲਈ ਤਾਂ ਗਿਣਨੇ ਵੀ ਮੁਸ਼ਕਿਲ ਹੋ ਜਾਣ, 2-3 ਦਿਨ ਚਾਹੀਦੇ ਇੰਨੇ ਪੈਸੇ ਗਿਣਨੇ। ਇਹ ਪੈਸੇ ਜੇ ਉਹਨਾਂ ਨੇ ਗੱਫੇ ਭਰ ਕੇ ਦਿੱਤੇ ਹੈ ਤਾਂ ਫਿਰ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਜਿਹੜੇ ਵਿਕਾਸ ਕਾਰਜ ਹੋਏ ਹੈ, ਜਿਹੜੀਆਂ ਸੜਕਾਂ ਬਣੀਆਂ ਹੋਈਆਂ ਜਾਂ ਜਿਹੜੇ ਨਹਿਰਾਂ ਨਾਲੇ ਬਣੇ ਹੋਏ ਹੈ, ਡਰੇਨਾਂ ਦਾ ਕਾਰੋਬਾਰ ਆਪਣਾ ਕੰਮ ਧੰਦਾ ਹੋਇਆ, ਉਹ ਚਿਰ ਸਥਾਈ ਕਿਉਂ ਨਹੀਂ ਹੁੰਦਾ? ਉਹ ਨਾਲ ਦੀ ਨਾਲ ਹੀ ਜਿਹੜਾ ਕਰੈਕ ਕਿਉਂ ਹੋ ਜਾਂਦਾ ਹੈ, ਖਤਮ ਕਿਉਂ ਹੋ ਜਾਂਦਾ ਹੈ? ਇਸ ਮਾਮਲੇ ਦੇ ਵਿੱਚ ਉਹਨੇ ਪੜਤਾਲ ਕਰ ਰਹੇ ਹੈ, ਪੜਤਾਲ ਦੇ ਵਿੱਚੋਂ ਨਿਕਲਦਾ ਕੀ ਹੈ। ਲੇਕਿਨ ਇੱਕ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਇਸ ਵੇਲੇ ਜਿਹੜੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਹੈ ਮਿਸਟਰ ਵਰਿੰਦਰ ਕੁਮਾਰ, ਉਹ ਇੱਕ ਜਿਹੜੇ ਹੈਗੇ ਹੈ ਬੜੇ ਮਤਲਬ ਜਿਹੜੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਮਿਟਡ ਹੈ ਆਪਣੇ ਕਾਜ ਪ੍ਰਤੀ, ਔਰ ਉਹਨਾਂ ਦੇ ਉੱਤੇ ਕਦੇ ਵੀ ਇਹ ਇਲਜ਼ਾਮ ਨਹੀਂ ਲੱਗਿਆ ਕਿ ਉਹ ਕਿਸੇ ਕਿਸਮ ਦੇ ਲਾਲਚ ਦੇ ਵਿੱਚ ਆ ਕੇ ਆਪਣੇ ਜਿਹੜੇ ਹੈਗੇ ਅਸੂਲਾਂ ਦੇ ਨਾਲ ਸਮਝੌਤਾ ਕਰ ਲੈਣ। ਸੋ ਇਹ ਦੇਖਦੇ ਹਾਂ ਕਿ ਜਿਹੜੀ ਕਿ ਕੁਝ ਆਲਰੇਡੀ ਪਹਿਲਾਂ ਚਲਾਨ ਪੇਸ਼ ਹੋ ਚੁੱਕੇ ਹੈ, ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ, ਇਹਨਾਂ ਅਧਿਕਾਰੀਆਂ ਦੇ ਖਿਲਾਫ ਅਤੇ ਵਜ਼ੀਰਾਂ ਦੇ ਖਿਲਾਫ, ਅਮਲੇ ਫੈਲੇ ਦੇ ਖਿਲਾਫ ਕੀ ਕੋਈ ਸਬੂਤ ਬਾਕੀ ਬਚਿਆ ਕਿ ਸਾਰਾ ਉਹ ਖੂਹ ਖਾਤੇ 'ਚ ਪੈ ਗਿਆ? ਖੁਰਦ-ਬੁਰਦ ਹੋ ਗਿਆ। ਇਹਦੇ ਵਿੱਚ ਆਪਾਂ ਨੂੰ ਪਤਾ ਲੱਗਣਾ ਪੈਣਾ ਕਿ ਗੱਲ ਅੱਗੇ ਕਿੱਧਰ ਚੱਲਦੀ ਹੈ। ਲੇਕਿਨ ਚਲੋ ਸ਼ੁਰੂਆਤ ਅੱਛੀ ਹੈ, ਜੇ ਆਪਾਂ ਕਹਿ ਦਈਏ ਵੀ ਘੱਟੋ ਘੱਟ ਜਾਂਚ ਹੋਣੀ ਤਾਂ ਸ਼ੁਰੂ ਹੋਈ ਨਾ, ਤਫਤੀਸ਼ ਤਾਂ ਸ਼ੁਰੂ ਹੋਈ ਕਿ ਇਹਨਾਂ ਦਾ ਕੋਈ ਰੋਲ ਹੈ ਜਾਂ ਨਹੀਂ। ਜੀ
ਜੀ ਬਿਲਕੁਲ 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 ਸਰ। ਹੁਣ ਹਿਮਾਚਲ ਨਾਲ ਜੁੜੀ ਇੱਕ ਖਬਰ ਜਿਹੜੀ ਆ ਸਾਹਮਣੇ ਆਈ ਕਿ ਦਵਾਈਆਂ ਜਿਹੜੀਆਂ ਹਿਮਾਚਲ ਵਿੱਚ ਬਣੀਆਂ ਸੀਗੀਆਂ ਉਹਨਾਂ ਵਿੱਚੋਂ 20 ਦਵਾਈਆਂ ਦੇ ਜਿਹੜੇ ਸੈਂਪਲ ਜਿਹੜੇ ਉਹ ਫੇਲ ਹੋਏ ਨੇ। ਕੋਮਤਾ ਜੀ, ਜਦੋਂ ਅਸੀਂ ਦਵਾਈਆਂ ਦੀ ਗੱਲ ਕਰਦੇ ਨੇ ਤਾਂ ਦਵਾਈਆਂ ਦੇ ਮਾਮਲੇ 'ਚ ਮੇਰਾ ਖਿਆਲ ਹੈ ਵੀ ਸਾਡੇ ਦੇਸ਼ ਦੇ ਵਿੱਚ ਜਿੰਨਾ ਕੁਝ ਹੋ ਰਿਹਾ, ਵੈਸੇ ਤਾਂ ਜੇ ਦੇਖੀਏ ਆਪਾਂ ਮਿਲਾਵਟ ਦੇ ਮਾਮਲੇ ਦੇ ਵਿੱਚ ਕੁਝ ਦੇਸ਼ ਅਜਿਹੇ ਹੈ, ਸਾਡੇ ਗੁਆਂਢ ਦੇ ਵਿੱਚ ਚਾਈਨਾ ਹੈ, ਜੇ ਆਪਾਂ ਮਿਸਾਲ ਦੇਣੀ ਹੋਈ ਚਾਈਨਾ ਦੇ ਵਿੱਚ ਜੇ ਇਹ ਪਤਾ ਲੱਗ ਜੇ ਕਿ ਇਸ ਬੰਦੇ ਨੇ ਮਿਲਾਵਟ ਕੀਤੀ ਹੈ ਤੇ ਉਹਦੀ ਸਜ਼ਾ ਮੌਤ ਹੈ। ਸਮਰੀ ਟ੍ਰਾਇਲ ਕਰਕੇ ਬੰਦੇ ਨੂੰ ਖਤਮ ਕਰ ਦਿੰਦੇ ਆ, ਉਹਨੂੰ ਫਾਇਰਿੰਗ ਸਕੁਐਡ ਦੇ ਨਾਲ ਅੜਾ ਦਿੱਤਾ ਜਾਂਦਾ ਹੈ। ਲੇਕਿਨ ਸਾਡੇ ਦੇਸ਼ ਦੇ ਵਿੱਚ ਜਦੋਂ ਅਸੀਂ ਦੇਖੀਏ, ਤੁਸੀਂ ਵੀ ਪੜ੍ਹੇ ਹੋ, ਮੈਂ ਵੀ ਪੜ੍ਹਿਆ, ਜਦੋਂ ਆਪਾਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਉਦੋਂ ਹਿਸਾਬ ਦੇ ਸਾਨੂੰ ਜਦੋਂ ਸਵਾਲ ਕਢਾਏ ਜਾਂਦੇ ਸੀ ਜਾਂ ਸਾਨੂੰ ਹਿਸਾਬ ਦੀ ਐਜੂਕੇਸ਼ਨ ਦਿੱਤੀ ਜਾਂਦੀ ਸੀ, ਇਹ ਪੁੱਛਦੇ ਹੁੰਦੇ ਸੀ ਕਿ 5 ਰੁਪਏ ਕਿਲੋ ਦੁੱਧ ਹੈ, ਤੁਸੀਂ ਇਹਦੇ ਵਿੱਚੋਂ ਕਮਾਈ ਵੀ ਕਰਨੀ ਹੈ, ਇਸ ਦੁੱਧ ਦੇ ਵਿੱਚੋਂ ਤੁਸੀਂ 5 ਰੁਪਈਆਂ ਦੇ ਵਿੱਚੋਂ ਇੰਨੇ ਰੁਪਈਏ ਕਮਾਉਣੇ ਹੈ, ਇਹ ਕਿਵੇਂ ਕਰੋਗੇ? ਜੇ ਆਪਾਂ ਹਿਸਾਬ ਕਿਤਾਬ ਜਿਵੇਂ ਦੱਸਦੇ ਤਾਂ ਉਹਦੇ ਨਾਲ ਕਮਾਏ ਨਹੀਂ ਜਾ ਸਕਦੇ, ਤੇ ਫਿਰ ਉਹ ਆ ਜਾਂਦਾ ਵੀ ਇਹਦੇ 'ਚ ਕਿੰਨਾ ਪਾਣੀ ਪਾਉਂਗੇ। ਜੇ ਸਾਨੂੰ ਮਤਲਬ ਜਿਹੜਾ ਨੈਤਿਕਤਾ ਦਾ ਅਨੈਤਿਕ ਪਾਠ ਬਚਪਨ ਤੋਂ ਪੜ੍ਹਾਇਆ ਜਾਂਦਾ ਤਾਂ ਉਹਦਾ ਮਤਲਬ ਇਹ ਹੈ ਕਿ ਗੜਬੜ ਹੁੰਦੀ ਹੈ। ਤੁਸੀਂ ਦੇਖੋ ਸਾਡੇ ਦੇਸ਼ ਦੀ ਕਿੰਨੀ ਵੱਡੀ ਬਦਨਾਮੀ ਹੋਈ ਹੈ। ਸੋਨੀਪਤ ਦੀਆਂ 1-2 ਫਰਮਾਂ ਹੈ, ਉਹਨਾਂ ਫਰਮਾਂ ਨੇ ਕਫ ਸੀਰਪ ਬਣਾਇਆ ਸੀ ਔਰ ਉਹ ਕਫ ਸੀਰਪ ਇੰਡੀਆ ਦੇ ਵਿੱਚ ਵੀ ਸਪਲਾਈ ਹੁੰਦਾ ਸੀ, ਅਫਰੀਕੀ ਦੇਸ਼ਾਂ ਦੇ ਵਿੱਚ ਵੀ ਸਪਲਾਈ ਹੁੰਦਾ ਸੀ। ਗਾਬੀਆ ਦੇ ਵਿੱਚ ਉਹ ਕਫ ਸੀਰਪ ਗਿਆ, ਉੱਥੇ ਛੋਟੇ ਬੱਚਿਆਂ ਨੂੰ ਜਦੋਂ ਉਹ ਕਫ ਸੀਰਪ ਦਿੱਤਾ ਗਿਆ ਤੇ 60 ਦੇ ਕਰੀਬ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹ ਮਾਮਲਾ WTO ਦੇ ਧਿਆਨ ਵਿੱਚ ਆਇਆ। WTO ਨੇ ਜਦੋਂ ਉਹਦਾ ਐਨਾਲਿਸਿਸ ਕਰਕੇ ਦੇਖਿਆ ਦਵਾਈ ਦਾ, ਤਾਂ ਪਤਾ ਲੱਗਿਆ ਕਿ ਇਸ ਦਵਾਈ ਦੇ ਵਿੱਚ ਮਿਠਾਸ ਪੈਦਾ ਕਰਨ ਵਾਸਤੇ ਜਿਹੜਾ ਤੱਤ ਮਿਲਾਉਣਾ ਹੁੰਦਾ ਉਹ ਮਹਿੰਗਾ ਸੀ, ਉਹਦੇ ਨਾਲ ਸਸਤਾ ਤੱਤ ਮਿਲਾਇਆ ਗਿਆ ਕਿ ਮਿਠਾਸ ਪੂਰੀ ਹੋ ਜੇ। ਲੇਕਿਨ ਉਹ ਤੱਤ ਮਿਠਾਸ ਤਾਂ ਪੈਦਾ ਕਰਦਾ ਸੀ, ਨਾਲ ਉਹ ਜ਼ਹਿਰੀਲਾ ਵੀ ਸੀ। 60 ਬੱਚਿਆਂ ਦੀ ਮੌਤ ਹੋ ਜਾਣੀ ਕੋਈ ਇਹ ਛੋਟੀ ਮੋਟੀ ਕਹਾਣੀ ਨਹੀਂ, ਛੋਟਾ ਅੰਕੜਾ ਨਹੀਂ, ਬਹੁਤ ਵੱਡਾ ਅੰਕੜਾ ਹੈ। ਇਹ ਤਾਂ ਗੱਲ ਉੱਥੋਂ ਦੀ ਹੋ ਗਈ। ਭਾਰਤ ਦੇ ਵਿੱਚ ਆਪਾਂ ਦੇਖੀਏ ਤਾਂ ਰਿਮੋਟ ਇਲਾਕਿਆਂ 'ਚ ਜਾਓ, ਤੁਸੀਂ ਦੂਰ ਦਰਾਡੇ ਦੇ ਇਲਾਕਿਆਂ 'ਚ ਜਾਓ, ਯੂਪੀ ਦੇ ਪਿੰਡਾਂ 'ਚ, ਰਾਜਸਥਾਨ ਦੇ ਪਿੰਡਾਂ 'ਚ, ਮੱਧ ਪ੍ਰਦੇਸ਼, ਬਿਹਾਰ ਦੇ ਪਿੰਡਾਂ 'ਚ ਜਾਈਏ ਆਪਾਂ, ਜਿੱਥੇ ਬਹੁਤ ਜ਼ਿਆਦਾ ਅਗਿਆਨਤਾ, ਅਨਪੜ੍ਹਤਾ ਹੈ। ਕਿੰਨੇ ਬੱਚਿਆਂ ਦੀਆਂ ਹੁਣ ਤੱਕ ਮੌਤਾਂ ਹੋ ਗਈਆਂ ਹੋਣਗੀਆਂ, ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਔਰ ਹੁਣ ਇਹ ਦੇਖੋ ਤੁਸੀਂ ਕਿ 40 ਲੱਖ ਜਿਹੜੇ ਹੈਗੇ ਹੈ ਜਿਹੜੀਆਂ ਉਹ ਸੀ ਆਈਟਮਸ, ਜਿਹੜੀਆਂ ਸ਼ੀਸ਼ੀਆਂ ਸੀ, ਉਹ ਗਾਂਬੀਆ ਤੋਂ ਵਾਪਸ ਮੰਗਵਾਉਣ ਦਾ ਆਰਡਰ ਹੋ ਗਿਆ। ਉਹਨਾਂ ਦੇ ਉੱਤੇ ਥੋੜ੍ਹਾ ਬਹੁਤਾ ਹੁਣ ਸਾਡੇ ਖਿੜਕੀ ਕੱਸਣ ਵਾਲੀ ਗੱਲ ਹੈ, ਲੇਕਿਨ ਮੇਰੀ ਇੱਕ ਬੜੇ ਸੀਨੀਅਰ ਡਾਕਟਰ ਦੇ ਨਾਲ ਇਸ ਮੁੱਦੇ 'ਤੇ ਗੱਲ ਹੋ ਰਹੀ ਸੀ। ਉਹ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਕਿ ਭਾਰਤ ਦੇ ਵਿੱਚ ਹੋ ਕੀ ਰਿਹਾ, ਵਾਪਰ ਕੀ ਰਿਹਾ। ਮੈਨੂੰ ਉਹਨੇ ਸਾਡੇ ਸ਼ਹਿਰ ਦੀ ਮਿਸਾਲ ਦਿੱਤੀ ਕਿ ਤੁਹਾਡਾ ਬਠਿੰਡਾ ਸ਼ਹਿਰ ਹੈ। ਬਠਿੰਡਾ ਸ਼ਹਿਰ ਜਿਹੜਾ ਹੈਗਾ, ਇੱਥੇ ਜਿਹੜੀ ਹੈਗੀ ਹੈ ਇੱਕ ਇਹਨੂੰ ਅਸੀਂ ਕਹਿ ਸਕਦੇ ਹਾਂ ਹੱਬ ਬਣੀ ਹੋਈ ਹੈ। 12-13 ਜ਼ਿਲ੍ਹਿਆਂ ਨੂੰ ਇੱਥੋਂ ਦਵਾਈ ਸਪਲਾਈ ਹੁੰਦੀ ਹੈ। ਔਰ ਉਹ ਦਵਾਈ ਜਿਹੜੀ ਹੈਗੀ ਹੈ, ਇਹ ਨਹੀਂ ਕਿ ਬਾਹਰੋਂ ਆਉਂਦੀ ਹੈ, ਕੁਛ ਦਵਾਈਆਂ ਉਹ ਵੀ ਹੈ ਜਿਹੜੀਆਂ ਇੱਥੇ ਬਣਦੀਆਂ। ਇੱਥੇ ਬਣਨ ਵਾਲੀਆਂ ਦਵਾਈਆਂ ਦਾ ਉਹਦੀ ਜਿਹੜੀ ਹੈਗੀ ਹੈ ਗੁਣਾਤਮਕਤਾ ਨੂੰ ਜਾਂਚਣਾ ਕਿਹਨੇ ਹੁੰਦੇ ਜੀ? ਉਹ ਡਰੱਗ ਇੰਸਪੈਕਟਰ ਹੁੰਦੇ ਹੈ। ਔਰ ਡਰੱਗ ਇੰਸਪੈਕਟਰਾਂ ਦੀ ਸਥਿਤੀ ਹੈ ਕਿ ਕਿਸੇ ਡਰੱਗ ਇੰਸਪੈਕਟਰ ਨੂੰ ਕਦੇ ਆਪਾਂ ਉਹਨਾਂ ਫੈਕਟਰੀਆਂ ਦੀ ਜਾਂਚ ਕਰਦੇ ਨਹੀਂ ਦੇਖਿਆ ਹੁੰਦਾ। ਉਹ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਹੁੰਦੇ ਤੇ ਉਹਨਾਂ ਦੇ ਕੋਲੇ ਰਾਸ਼ਨ ਪਾਣੀ ਪਹੁੰਚ ਜਾਂਦਾ ਤੇ ਆਪਦਾ ਆਰਾਮ ਨਾਲ ਬੈਠੇ ਰਹਿੰਦੇ। ਬਹੁਤ ਸਾਰੀਆਂ ਦਵਾਈਆਂ ਇਹੋ ਜਿਹੀਆਂ ਵੀ ਹੈ, ਫੈਕਟਰੀਆਂ ਇਹੋ ਜਿਹੀਆਂ ਵੀ ਹੈ ਜਿਹੜੀਆਂ ਫੈਕਟਰੀਆਂ ਆਪਣੇ ਆਪ 'ਚ ਦਿਖਾਉਂਦੀਆਂ ਕਿ ਫਲਾਨੀ ਚੀਜ਼ ਕਰਦੇ ਤੇ ਉਹਨਾਂ 'ਚ ਨਸ਼ੀਲੇ ਪਦਾਰਥ ਵੀ ਬਣਦੇ। ਹਿਮਾਚਲ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਹਿਮਾਚਲ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡਾ ਸੈਂਟਰ ਇਸ ਵੇਲੇ ਬੱਦੀ ਬਣਿਆ ਹੋਇਆ, ਕਿਉਂਕਿ ਪਹਾੜੀ ਰਾਜਾਂ ਨੂੰ ਜਦੋਂ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਸਰਕਾਰ ਹੁੰਦੀ ਸੀ, ਉਹਨਾਂ ਨੇ ਪਹਾੜੀ ਰਾਜਾਂ ਨੂੰ ਕਨਸੈਸ਼ਨ ਦਿੱਤੇ ਸੀ ਜ਼ਿਆਦਾ। ਔਰ ਪੰਜਾਬ ਦੀ ਜਿਹੜੀ ਇੰਡਸਟਰੀ ਹੈ, ਉਹ ਲਗਭਗ ਸਾਰੀ ਇੰਡਸਟਰੀ ਜਿਹੜੀ ਹੈਗੀ ਹੈ ਇੱਥੋਂ ਪਲਾਨ ਕਰ ਗਈ ਸੀ, ਸ਼ਿਫਟ ਹੋ ਗਈ ਸੀ। ਔਰ ਜਿਹੜੀ ਸਾਡੀ ਦਵਾਈ ਸਨਅਤ ਸੀ ਉਹ ਵੀ ਸ਼ਿਫਟ ਹੋ ਗਈ ਸੀ। ਦਵਾਈਆਂ ਦੀਆਂ ਜ਼ਿਆਦਾਤਰ ਜਿਹੜੀਆਂ ਹੈਗੀਆਂ ਫੈਕਟਰੀਆਂ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੈ। ਉਹ ਬੱਦੀ ਲਾ ਲਓ, ਨਾਲਾਗੜ੍ਹ 'ਚ ਪੈਂਦੀ ਹੈ, ਬਿਲਾਸਪੁਰ ਲਾ ਲਓ, ਪੌਂਟਾ ਸਾਹਿਬ ਲਾ ਲਓ, ਹੋਰ ਕਈ ਸਾਰੇ ਸ਼ਹਿਰ ਹੈ ਜਿੱਥੇ ਹੈ। ਉੱਥੇ ਹੁਣ ਉਹਨਾਂ ਨੇ ਜਿਹੜੀ ਹੈਗੀ ਹੈ ਸਾਡੀਆਂ ਸੈਂਟਰਲ ਏਜੰਸੀਆਂ ਨੇ ਕੁਛ ਦਵਾਈਆਂ ਦੇ ਸੈਂਪਲ ਲਏ ਸੀ ਔਰ ਉਹਨਾਂ ਸੈਂਪਲਾਂ ਦੇ ਵਿੱਚੋਂ 20 ਸੈਂਪਲ ਫੇਲ ਹੋ ਗਏ ਹਿਮਾਚਲ ਪ੍ਰਦੇਸ਼ ਦੇ। ਅਤੇ ਜਿਹੜੀਆਂ ਇਹ ਦਵਾਈਆਂ 20 ਸੈਂਪਲ ਜਿਹੜੇ ਹੈਗੇ ਜਿਨ੍ਹਾਂ ਦਵਾਈਆਂ ਦੇ ਹੈ, ਉਹ ਆਮ ਦਵਾਈਆਂ ਜਿਹੜੀਆਂ ਅਸੀਂ ਲੈਂਦੇ ਹੈ, ਮਸਲਨ ਦਰਦਾਂ ਦੀਆਂ ਦਵਾਈਆਂ ਹੈ, ਪੈਰਾਸੀਟਾਮੋਲ ਵਰਗੇ ਹੈ, ਵਿਟਾਮਿਨ ਸੀ ਹੈ, ਵਿਟਾਮਿਨ ਡੀ ਹੈ, ਵਿਟਾਮਿਨ ਵੀ ਉਹਦੇ 'ਚ ਕਾਫੀ ਸਾਰੇ ਹੁੰਦੇ ਹੈ। ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ, ਜਿਹਨੂੰ ਆਪਾਂ ਕਹੀਏ ਘਟੀਆ ਕਿਸਮ ਦੀ ਜਿਹੜੀ ਪ੍ਰੋਡਕਸ਼ਨ ਹੋ ਰਹੀ ਹੈ ਮੈਡੀਸਨ ਦੀ, ਜਦੋਂ ਫਿਰ ਇਹ ਲੈਣਗੇ, ਚਲੋ ਬਾਲਗ ਦੀ ਥੋੜ੍ਹੀ ਬਹੁਤੀ ਚਲੋ ਉਹਦੀ ਰਜਿਸਟੈਂਸ ਪਾਵਰ ਜ਼ਿਆਦਾ ਹੁੰਦੀ ਹੈ, ਕੱਟ ਲੂਗਾ। ਬੱਚੇ ਜਦੋਂ ਦਵਾਈਆਂ ਲੈਣਗੇ ਤਾਂ ਉਹਨਾਂ ਦਾ ਕਿੱਡਾ ਵੱਡਾ ਨੁਕਸਾਨ ਹੋਣਾ ਹੈ। ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਵੱਡਾ ਅਪਰਾਧ ਹੈ। ਲੇਕਿਨ ਅਫਸੋਸ ਇੱਥੇ ਹੈ ਕਿ ਤੁਸੀਂ ਇਹ ਦੇਖੋ
ਹੋ ਕੀ ਰਿਹਾ ਹੈ? ਸਾਡੇ ਹੁਣ ਇਹ ਹੋ ਰਿਹਾ ਹੈ ਕਿ ਅਸੀਂ ਲਾਇਸੈਂਸ ਜੇ ਦੇਣਾ ਹੋਵੇ ਕਿਸੇ ਨੂੰ ਰਿਟੇਲ ਦੇ ਵਿੱਚ, ਜੇ ਕਿਸੇ ਪਰਚੂਨ 'ਚ ਲਾਇਸੈਂਸ ਦੇਣਾ ਹੋਵੇ ਕਿਸੇ ਦਵਾਈਆਂ ਦੀ ਦੁਕਾਨ ਦਾ, ਤਾਂ ਉੱਥੇ ਆ ਜਾਂਦਾ ਜੀ ਇਹਨੂੰ ਤੁਸੀਂ ਦੇ ਦਿਓ, ਲਾਇਸੈਂਸ ਦੇ ਦਿਓ। ਇਹ ਬੰਦਾ ਜਿਹੜਾ ਹੈਗਾ ਜਿਹੜਾ ਦੁਕਾਨਦਾਰ ਹੈ ਉਹਦੇ ਵਾਸਤੇ ਡਿਪਾਰਟਮੈਂਟ ਕਹਿੰਦੇ ਕਿ ਤੁਹਾਡੇ ਕੋਲੇ ਫਾਰਮਾਸੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਤੁਸੀਂ ਫਾਰਮਾਸਿਸਟ ਹੋਣੇ, ਫਾਰਮੇਸੀ ਦੀ ਤੁਹਾਡੇ ਕੋਲ ਟ੍ਰੇਨਿੰਗ ਹੋਵੇ ਤਾਂ ਤੁਹਾਨੂੰ ਡਿਗਰੀ ਹੋਵੇ, ਡਿਪਲੋਮਾ ਹੋਵੇ, ਤਾਂ ਤੁਹਾਨੂੰ ਜਿਹੜੀ ਹੈ ਇਹ ਲਾਇਸੈਂਸ ਮਿਲੂਗਾ। ਲੇਕਿਨ ਉਹੀ ਕੰਮ ਜੇ ਤੁਸੀਂ ਥੋਕ 'ਚ ਕਰਨਾ ਹੋਵੇ ਤਾਂ ਤੁਹਾਡਾ 10 ਪੜ੍ਹਿਆ ਕਲਰਕ ਹੈ ਜਿਹੜਾ ਉਹ ਵੀ ਬੈਠ ਕੇ ਕਰ ਸਕਦਾ। ਉੱਥੇ ਕਿਸੇ ਕਿਸਮ ਦੀ ਕੋਈ ਬੰਦਿਸ਼ ਨਹੀਂ। ਔਰ ਮੈਂ ਤਾਂ ਹੁਣ ਵੇਖਦਾ ਕਿ ਬਹੁਤ ਸਾਰੇ ਪਿੰਡ ਇਹੋ ਜਿਹੇ ਹੈ ਜਿਨ੍ਹਾਂ ਪਿੰਡਾਂ 'ਚ ਹਸਪਤਾਲ ਵੀ ਹੈ ਨਹੀਂ, ਲੇਕਿਨ ਉੱਥੇ ਥੋਕ ਦੀਆਂ ਦਵਾਈਆਂ ਦੇ ਲਾਇਸੈਂਸ ਮਿਲੇ ਹੋਏ ਹੈ, ਦਵਾਈਆਂ ਦੀਆਂ ਦੁਕਾਨਾਂ ਚੱਲਦੀਆਂ। ਆਪਾਂ ਹੁਣ ਨਸ਼ਿਆਂ ਦੀ ਗੱਲ ਕਹਿ ਦਿੰਦੇ ਹਾਂ, ਪੁਲਿਸ ਨਹੀਂ ਕੁਛ ਕਰਦੀ ਜੀ। ਪੁਲਿਸ ਤੋਂ ਇਲਾਵਾ ਵੀ ਤੇ ਦੇਖਣਾ ਸਿਸਟਮ ਨੇ, ਆਹ ਤਾਂ ਗੱਲ ਦੇਖਣੀ ਹੈ। ਤੁਸੀਂ ਵੱਡੇ ਪੱਧਰ ਦੇ ਉੱਤੇ ਨਸ਼ੇ ਵੇਚਣ ਵਾਲੀਆਂ ਜਿਹੜੀਆਂ ਥੋਕ ਦੇ ਵਿੱਚ ਤੁਸੀਂ ਲੋਕਾਂ ਨੂੰ ਲਾਇਸੈਂਸ ਦਿੰਦੇ ਹੋ, ਉਹ ਨਸ਼ੇ ਵੇਚਣ ਵਾਲੀਆਂ ਦੁਕਾਨਾਂ ਬਣ ਕੇ ਰਹਿ ਗਈਆਂ। ਸੋ ਕਿਤੇ ਨਸ਼ੇ ਵਿਕ ਰਹੇ ਹੈ, ਕਿਤੇ ਜਾਲੀ ਦਵਾਈਆਂ ਵਿਕ ਰਹੀਆਂ। ਇਹਦੇ ਨਾਲ ਜਿਹੜੇ ਹੈਗੇ ਸਾਡਾ ਭਵਿੱਖ ਤੇ ਅਸੀਂ ਜਿਹੜੀ ਬਰਬਾਦੀ ਵਾਲੇ ਪਾਸੇ ਨੂੰ ਜਾ ਰਹੇ ਹਾਂ, ਇਹੀ ਇਹਦਾ ਵੱਡਾ ਕਾਰਨ ਹੈ। ਇੱਕ ਬਹੁਤ ਵੱਡਾ ਸਕੈਂਡਲ ਹੈ ਅਤੇ ਇਸ ਸਕੈਂਡਲ ਵੱਲ ਚਾਹੇ ਭਾਰਤ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਉਹਨਾਂ ਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਪੈਣਾ ਹੈ। ਨਹੀਂ ਕੇਂਦਰਿਤ ਕੀਤਾ ਤਾਂ ਫਿਰ ਹਾਲਤ ਇਹ ਹੋ ਜਾਣੀ ਹੈ ਕਿ ਮੈਨੂੰ ਤਾਂ ਲੱਗਦੀ ਹੈ ਕਿ ਸਾਡੇ ਵਾਸਤੇ ਸਾਡੀ ਜਿਹੜੀ ਪਾਪੂਲੇਸ਼ਨ ਹੈ, ਪਾਪੂਲੇਸ਼ਨ ਦਾ ਕ੍ਰਾਈਸਿਸ ਵੀ ਖੜਾ ਹੋ ਸਕਦਾ ਆਉਣ ਵਾਲੇ ਸਮੇਂ 'ਚ। ਜੀ ਬਿਲਕੁਲ ਬਹੁਤ ਸੰਜੀਦਾ ਮਸਲਾ, ਕਿਉਂਕਿ ਅਕਸਰ ਅਸੀਂ ਗੱਲ ਕਰਦੇ ਹਾਂ ਸਿਹਤ ਤੇ ਸਿੱਖਿਆ ਜਿਹੜੇ ਇਹ ਮੁੱਢਲੀਆਂ ਜ਼ਰੂਰਤਾਂ ਨੇ। ਮੁੱਢਲੀਆਂ ਜ਼ਰੂਰਤਾਂ ਵਿੱਚ ਅਜਿਹੇ ਘਪਲੇ ਹੋਣਗੇ ਤਾਂ ਤੁਸੀਂ ਵਾਕਈ ਜਿਹੜੀ ਚਿੰਤਾ ਜਤਾਈ ਉਹ ਜਾਇਜ਼ ਹੈਗੀ ਇਸ ਤੇ। ਹੁਣ ਇੱਕ ਜਿਹੜੀ ਪੰਜਾਬ ਦੇ ਘਰੇਲੂ ਹਵਾਈ ਅੱਡਿਆਂ ਤੋਂ ਉਡਾਨਾਂ ਸ਼ੁਰੂ ਕਰਨ ਦੀ ਜਿਹੜੀ ਮੰਗ ਲਗਾਤਾਰ ਉੱਠ ਰਹੀ ਹੈ, ਸੋ ਹੁਣ ਦੁਬਾਰਾ ਇਹ ਮੰਗ ਉੱਠ ਰਹੀ ਹੈ। ਰਾਹੁਲ ਭੰਡਾਰੀ ਵੱਲੋਂ ਜਿਹੜੀ ਕੇਂਦਰ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਕੇਂਦਰ ਤੋਂ ਇਹ ਮੰਗ ਕੀਤੀ ਹੈ ਕਿ ਘਰੇਲੂ ਹਵਾਈ ਅੱਡਿਆਂ ਤੋਂ ਜਿਹੜੀਆਂ ਉਡਾਨਾਂ ਉਹ ਸ਼ੁਰੂ ਕੀਤੀਆਂ ਜਾਣ। ਬਿਲਕੁਲ ਜੀ, ਕੱਲ੍ਹ ਦਿੱਲੀ ਦੇ ਵਿੱਚ ਹਵਾਬਾਜ਼ੀ ਨਾਲ ਸੰਬੰਧਿਤ ਇੱਕ ਜਿਹੜੀ ਹੈਗੀ ਇਕੱਤਰਤਾ ਹੋਈ ਸੀ। ਉਸ ਇਕੱਤਰਤਾ 'ਚ ਪੰਜਾਬ ਸਟੇਟ ਨੂੰ ਰੀਪ੍ਰਜੈਂਟ ਕੀਤਾ ਸੀ ਸਾਡੇ ਹਵਾਬਾਜ਼ੀ ਦੇ ਸੈਕਟਰੀ ਮਿਸਟਰ ਰਾਹੁਲ ਭੰਡਾਰੀ। ਗੱਲਾਂ ਉਹਨਾਂ ਨੇ ਹੋਰ ਵੀ ਕੀਤੀਆਂ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ ਚੰਡੀਗੜ੍ਹ ਦਾ ਆਪਣਾ ਏਅਰਪੋਰਟ ਬਣਿਆ ਹੋਇਆ ਹੈ, ਇਹਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਂ ਦਿੱਤਾ। ਬਿਲਕੁਲ ਠੀਕ ਹੈ, ਬਹੁਤ ਦਰੁਸਤ ਕੀਤਾ। ਪੰਜਾਬ ਤੇ ਹਰਿਆਣਾ ਦੋਨੋਂ ਸਰਕਾਰਾਂ ਇਹਦੇ ਵਾਸਤੇ ਸਹਿਮਤ ਹੋ ਗਈਆਂ ਸੀ ਔਰ ਭਾਰਤ ਸਰਕਾਰ ਨੇ ਉਸ ਪ੍ਰਪੋਜ਼ਲ ਨੂੰ ਪ੍ਰਵਾਨ ਕਰ ਲਿਆ। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਕਰਤਾ ਉਹ ਹਵਾਈ ਅੱਡਾ। ਨਾਲ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਜਿਹੜਾ ਹੈਗਾ ਬਣਿਆ ਮੋਹਾਲੀ ਦੀ ਜ਼ਮੀਨ 'ਤੇ ਬਣਿਆ ਅਤੇ ਮੋਹਾਲੀ ਦੇ ਨਾਲ ਇੱਕ ਕਿਸਮ ਦੀ ਬੇਇਨਸਾਫੀ ਹੋਊਗੀ ਜੇ ਮੋਹਾਲੀ ਨੂੰ ਇਹਦੇ ਨਾਲੋਂ ਤੋੜ ਕੇ ਅਲੱਗ ਕੀਤਾ ਜਾਵੇ। ਤਾਂ ਉਹਨਾਂ ਦੀ ਡਿਮਾਂਡ ਇਹ ਸੀ ਕਿ ਮੋਹਾਲੀ ਨੂੰ ਵੀ ਇਹਦੇ ਨਾਲ ਜੋੜੋ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਉਹ ਗੱਲ ਬੜੀ ਉਹਨਾਂ ਦੀ ਇੰਪੋਰਟੈਂਟ ਹੈ ਕਿ ਸਾਡੇ ਕੁਝ ਘਰੇਲੂ ਹਵਾਈ ਅੱਡੇ ਬਣੇ ਹੈ ਔਰ ਇਹ ਡੋਮੈਸਟਿਕ ਕਨੈਕਟੀਵਿਟੀ ਜਿਹੜੀ ਭਾਰਤ ਸਰਕਾਰ ਦੀ ਸਰਵਿਸ ਇਹਨਾਂ ਨੇ ਇੱਕ ਸ਼ੁਰੂ ਕੀਤੀ ਸੀ, ਉਹਦਾ ਇੱਕ ਪਾਰਟ ਹੈ, ਉਹਦਾ ਹਿੱਸਾ ਹੈ। ਜੇ ਅਸੀਂ ਇਹ ਦੇਖੀਏ, ਪਠਾਨਕੋਟ ਹੈ ਹਵਾਈ ਅੱਡਾ, ਇਹ ਹਵਾਈ ਅੱਡਾ ਸਾਹਨੇਵਾਲ ਵੀ ਹੈ, ਇਹ ਹਵਾਈ ਅੱਡਾ ਆਦਮਪੁਰ ਵੀ ਹੈ, ਬਠਿੰਡੇ ਵੀ ਹੈ ਔਰ ਜਿਹੜਾ ਹੈਗਾ ਤੁਹਾਡਾ ਹਲਵਾਰੇ ਅਜੇ ਤੱਕ ਅੰਡਰ ਕੰਸਟਰਕਸ਼ਨ ਆ, ਉਹ ਮੁਕੰਮਲ ਨਹੀਂ ਹੋਇਆ। ਇਹਨਾਂ ਹਵਾਈ ਅੱਡਿਆਂ ਜਿਹੜੇ ਘਰੇਲੂ ਉਡਾਣਾਂ ਇੱਥੋਂ ਉੱਡਦੀਆਂ ਹੁੰਦੀਆਂ ਸੀ, ਲੇਕਿਨ ਜਦੋਂ ਕੋਵਿਡ-19 ਆਇਆ, ਕਰੋਨਾ ਦੀ ਮਹਾਮਾਰੀ ਆਈ, ਉਸ ਮਹਾਮਾਰੀ ਵੇਲੇ ਇਹ ਉਡਾਣਾਂ ਬੰਦ ਕਰਤੀਆਂ ਸੀ ਔਰ ਹੁਣ ਇਹ ਮਹਿਸੂਸ ਕੀਤਾ ਜਾ ਰਿਹਾ ਕਿਉਂਕਿ ਸੜਕਾਂ 'ਤੇ ਭੀੜ ਭੜੱਕਾ ਬਹੁਤ ਜ਼ਿਆਦਾ ਹੈ ਔਰ ਜਿਹੜੀਆਂ ਡੋਮੈਸਟਿਕ ਸਾਡੀਆਂ ਫਲਾਈਟਸ ਹੈ ਇਹ ਮਹਿੰਗੀਆਂ ਵੀ ਕੋਈ ਬਹੁਤੀਆਂ ਨਹੀਂ ਸੀ। ਬਠਿੰਡੇ ਤੋਂ ਤੁਸੀਂ ਜੰਮੂ ਨੂੰ ਜਾਣਾ ਹੈ, ਵੈਸ਼ਨੋ ਦੇਵੀ ਦੇ ਮੰਦਿਰ 'ਚ ਜਾਣਾ ਅਤੇ ਉੱਥੇ ਆਪਣੀ ਪੂਜਾ ਅਰਚਨਾ ਵਾਸਤੇ ਜਾਣਾ ਹੈ ਤਾਂ ਤੁਹਾਨੂੰ ਮੇਰਾ ਖਿਆਲ 1500 ਰੁਪਏ ਕਿਰਾਇਆ ਸੀ ਇੱਕ ਪਾਸੇ ਦਾ। ਜੇ ਬਠਿੰਡੇ ਤੋਂ ਦਿੱਲੀ ਜਾਣਾ ਤਾਂ 2000-2500 ਰੁਪਏ ਸੀ। 2000-2500 ਰੁਪਏ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤਾ ਦੁਖਦੇ ਨਹੀਂ। ਅਗਲਾ ਕਹਿੰਦਾ ਸੁਬਾਹ ਜਾਓ ਆਪਣਾ ਕੰਮ ਧੰਦਾ ਕਰੋ। ਮੋਰਓਵਰ ਆਪਾਂ ਪੰਜਾਬ ਦੇ ਵਿੱਚ ਕੌਮਤਾ ਜੀ ਦੇਖੀਏ ਤਾਂ ਲਗਭਗ ਸਾਰੇ ਹੀ ਪਿੰਡ ਅਜਿਹੇ ਹੈ, ਪਿੰਡ ਹੋਣ, ਸ਼ਹਿਰ ਹੋਣ, ਕਸਬੇ ਹੋਣ, ਜਿੱਥੋਂ ਬੜੀ ਵੱਡੀ ਤਾਦਾਦ ਦੇ ਵਿੱਚ ਸਟੂਡੈਂਟਸ ਵੱਖ-ਵੱਖ ਦੇਸ਼ਾਂ ਨੂੰ ਪੜ੍ਹਨ ਵਾਸਤੇ ਜਾਂਦੇ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹਨਾਂ ਦੇ ਮਾਪੇ ਵੀ ਮਗਰ ਚਲੇ ਗਏ, ਉਹ NRI ਬਣ ਗਏ, ਉਹਨਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੀ ਸਾਂਭ ਸੰਭਾਲ ਵਾਸਤੇ ਆਉਣਾ ਪੈਂਦਾ ਹੈ। ਹੁਣ ਤੁਸੀਂ ਦੇਖੋ ਦਿੱਲੀ ਦੇ ਹਵਾਈ ਅੱਡੇ 'ਤੇ ਬੰਦਾ ਲੈਂਡ ਕਰਦਾ ਹੈ, ਉੱਥੋਂ ਜੇ ਉਹਨੇ ਬਠਿੰਡੇ ਤੱਕ ਆਉਣਾ ਹੈ ਤਾਂ ਉਹਨੂੰ ਘੱਟੋ ਘੱਟ 3-4 ਹਜ਼ਾਰ ਰੁਪਈਆ ਜਿਹੜਾ ਹੈਗਾ ਉਹ ਵਾਧੂ ਲੋਡ ਬਰਦਾਸ਼ਤ ਕਰਨਾ ਪੈਣਾ ਹੈ ਅਤੇ ਤੰਗੀ ਪਰੇਸ਼ਾਨੀ ਜਾਂ ਜੇ ਦੇਖੀਏ ਆਪਾਂ ਉੱਧਰੋਂ ਜੇ ਉਹ ਨਾ ਲੈ ਕੇ ਆਊਗਾ ਤਾਂ ਇੱਧਰੋਂ ਗੱਡੀ ਲੈ ਕੇ ਜਾਵਾਂਗੇ 7-8 ਹਜ਼ਾਰ ਰੁਪਏ ਦੇ ਵਿੱਚ ਪੈਣੀ ਹੈ। ਰਿਸਕ ਕਿੱਡਾ ਵੱਡਾ ਹੈ। ਅਤੇ ਜੇ ਤੁਸੀਂ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਨਾਲ ਡੋਮੈਸਟਿਕ ਏਅਰਪੋਰਟ ਦੇ ਉੱਤੇ ਚੱਕੋਗੇ, ਆਪਣਾ ਬੈਗ ਚੜ੍ਹ ਜਾਓਗੇ ਤਾਂ ਇਹ ਗੱਲ ਚੰਗੀ ਹੈ। ਮੇਰੇ ਖਿਆਲ ਮੁਤਾਬਕ ਇਹ ਲੋੜ ਹੈ ਵਕਤ ਦੀ ਔਰ ਭੰਡਾਰੀ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈ ਠੀਕ ਕਹੀ ਹੈ। ਇਹਦੀ ਇਸ ਵੇਲੇ ਲੋੜ ਬਹੁਤ ਜ਼ਿਆਦਾ ਹੈ ਕਿਉਂਕਿ ਭੀੜ ਭੜੱਕਾ ਜਿਵੇਂ ਵੱਧ ਰਿਹਾ, ਸੜਕਾਂ ਦੇ ਉੱਤੇ ਐਕਸੀਡੈਂਟ ਹੋ ਰਹੇ ਹੈ,
ਮੇਰੀ ਤਾਂ ਸਮਝ ਇਹ ਹੈ ਕਿ ਇਸ ਵੇਲੇ ਸੜਕੀ ਆਵਾਜਾਈ ਨਾਲੋਂ ਰੇਲਵੇ ਦੀ ਆਵਾਜਾਈ ਨੂੰ ਤੇ ਜਿਹੜੀ ਏਅਰ ਦੀ ਆਵਾਜਾਈ ਨੂੰ ਇਹ ਬੜਾਵਾ ਮਿਲਣਾ ਚਾਹੀਦਾ ਹੈ। ਜਿਹੜੇ ਆਲਰੇਡੀ ਹਵਾਈ ਅੱਡੇ ਬਣੇ ਹੋਏ ਹੈ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ, ਉਹਨਾਂ ਨੂੰ ਚਿੱਟੇ ਹਾਥੀ ਨਾ ਬਣਾਇਆ ਜਾਵੇ। ਅਰਬਾਂ ਰੁਪਏ ਆਪਾਂ ਉਹਨਾਂ 'ਤੇ ਲਾਈ ਬੈਠੇ ਹਾਂ, ਲੇਕਿਨ ਉਹਨਾਂ ਦਾ ਇਸਤੇਮਾਲ ਜੇ ਨਹੀਂ ਹੁੰਦਾ ਤਾਂ ਇਹ ਸਾਡਾ ਜਿਹੜਾ ਹੈਗਾ ਖਜ਼ਾਨਾ ਉਹਦੇ 'ਤੇ ਵੀ ਬੋਝ ਹੈ, ਅਤੇ ਲੋਕਾਂ ਨੂੰ ਵੀ ਇੱਕ ਕਿਸਮ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਉਹਨਾਂ ਨੂੰ ਔਖਾ ਸਫ਼ਰ ਕਰਨਾ ਪੈਂਦਾ ਹੈ। ਜੀ ਬਿਲਕੁਲ ਬਿਲਕੁਲ ਸਰ। ਇੱਕ ਆਮ ਆਦਮੀ ਪਾਰਟੀ ਸਰਕਾਰ ਦਾ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਐਲਾਨ ਕਰਦੇ ਆ ਜਾਂ ਇਹਨਾਂ ਦੀ ਕੋਈ ਸਕੀਮ ਲੈ ਕੇ ਆਉਂਦੇ, ਵਿਵਾਦਾਂ 'ਚ ਬਹੁਤ ਰਹਿੰਦਾ ਹੈ ਇਹ ਚੀਜ਼। ਇਹਨਾਂ ਦੀ ਹਾਲ ਹੀ ਦੇ ਵਿੱਚ ਦੇਖਿਆ ਸੀ ਕਿ ਆਟਾ ਦਾਲ ਸਕੀਮ ਜਿਹੜੀ ਆ ਉਹ ਵੀ ਕਾਫੀ ਵਿਵਾਦ 'ਚ ਰਹੀ। ਹੁਣ ਬੀਤੇ ਦਿਨ ਉਹਨਾਂ ਨੇ ਵਾਪਸ ਲੈ ਲਈ, ਕਹਿੰਦੇ ਦੁਬਾਰਾ ਉਸ 'ਤੇ ਵਿਚਾਰ ਕਰਕੇ ਲੈ ਕੇ ਆਵਾਂਗੇ। ਹੁਣ ਭਗਵੰਤ ਮਾਨ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਬਾਇਓਗੈਸ ਪਲਾਂਟ ਦਾ ਉਦਘਾਟਨ ਕੀਤਾ ਜਾਣਾ, ਤਾਂ ਸੋ ਹੁਣ ਵਿਵਾਦ ਉਸ 'ਤੇ ਵੀ ਆ। ਕਹਿੰਦੇ ਕਿ 2019 ਤੋਂ ਚੱਲ ਰਿਹਾ ਆਲਰੇਡੀ। ਬਿਲਕੁਲ ਜੀ, ਭਗਵੰਤ ਸਿੰਘ ਮਾਨ ਹੋਰਾਂ ਨੇ ਬੜਾ ਠੋਕ ਵਜਾ ਕੇ ਐਲਾਨ ਕੀਤਾ ਸੀ ਕਿ 18 ਅਕਤੂਬਰ ਨੂੰ ਭੁਟਾਲ ਕਲਾਂ ਪਿੰਡ ਹੈ ਜੀ ਲਹਿਰਾ ਗਾਗਾ ਦੇ ਕੋਲੇ, ਉੱਥੇ ਕਹਿੰਦੇ ਮੈਂ ਉਦਘਾਟਨ ਕਰੂੰਗਾ। ਵਰਬੀਓ ਇਹ ਕੰਪਨੀ ਹੈ ਜਰਮਨੀ ਦੀ, ਉਹਦੇ ਵੱਲੋਂ ਕਹਿੰਦੇ ਜੀ ਇੱਕ ਅਜਿਹਾ ਪਲਾਂਟ ਲਾਇਆ ਜਾ ਰਿਹਾ ਜਿਹੜਾ ਪਰਾਲੀ ਦੀ ਰਹਿੰਦ ਖੂੰਹਦ ਤੋਂ ਗੈਸ ਤਿਆਰ ਕਰਨੀ ਹੈ, ਬਾਇਓਗੈਸ ਜੀ ਨੇ। ਔਰ ਇਸ ਬਾਇਓਗੈਸ ਦੇ ਨਾਲ ਕਾਰਾਂ ਵਗੈਰਾ ਤਾਂ ਚੱਲਦੀਆਂ। 33 ਟਨ ਜਿਹੜੀ ਹੈਗੀ ਕੰਪਰੈਸਡ ਬਾਇਓਗੈਸ ਜਿਹੜੀ ਹੈਗੀ ਹੈ ਉਹ ਇਹਨੇ ਤਿਆਰ ਕਰਨੀ ਹੈ। ਔਰ ਹਰ ਦਿਨ 600 ਤੋਂ ਲੈ ਕੇ 650 ਟਨ ਇਹਨੇ ਖਾਦ ਵੀ ਬਣਾਉਣੀ ਹੈ, ਇਹ ਉਹਨਾਂ ਦਾ ਕਹਿਣਾ ਹੈ। ਨਾਲ ਉਹਨਾਂ ਨੇ ਕਹਿਣਾ ਕਿ ਇਹਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਜਿਹੜੀ ਪਰਾਲੀ ਦੀ ਰਹਿੰਦ ਖੂੰਹਦ ਵਾਲਾ ਮਾਮਲਾ ਬਿਲਕੁਲ ਖਤਮ ਹੋ ਜਾਊਗਾ, ਕਿਉਂਕਿ ਪਰਾਲੀ ਮੁੱਲ ਲੈ ਕੇ ਇਹਨਾਂ ਨੇ ਉੱਥੋਂ ਗੈਸ ਬਣਾਉਣੀ ਹੈ। ਬਹੁਤ ਧੂਮ ਧੜੱਕੇ ਦੇ ਨਾਲ ਇਹਨਾਂ ਨੇ ਜੀ ਇਹ ਐਲਾਨ ਕੀਤਾ ਔਰ ਸਾਰੇ ਲੋਕਾਂ ਨੂੰ ਇਸ ਗੱਲ ਦਾ ਚੰਬਾ ਹੋਇਆ ਵੀ ਬਹੁਤ ਵਧੀਆ ਗੱਲ ਹੈ ਜੀ, ਤਾਂ ਚੰਗੀ ਗੱਲ ਹੈ ਭਗਵੰਤ ਸਿੰਘ ਮਾਨ ਕਰ ਰਹੇ। ਲੇਕਿਨ ਇੱਕ ITI ਐਕਟਿਵਿਸਟ ਹੈ ਮਿਸਟਰ ਮਾਨਕ ਗੋਇਲ, ਉਹ ਮਾਨਸਾ ਦੇ ਰਹਿਣ ਵਾਲੇ ਹੈ। ਉਹਨਾਂ ਨੇ ਜਿਹੜੀ ਖੋਜ ਕੀਤੀ ਉਹ ਕਹਿੰਦੇ ਜੀ ਇਹ ਪਲਾਂਟ ਜਿਹੜਾ ਹੈਗਾ ਇਹ ਤਾਂ ਪਲਾਂਟ ਅੱਜ ਦਾ ਥੋੜ੍ਹਾ ਹੈ, ਇਹ ਤਾਂ ਵਰਕਿੰਗ 'ਚ ਹੈ ਪਲਾਂਟ। ਇਹ ਤਾਂ 2019 ਤੋਂ ਇਹ ਪਲਾਂਟ ਲੱਗਿਆ ਹੋਇਆ ਹੈ ਔਰ ਬਕਾਇਦਾ ਜਿਹੜੀ ਹੈਗੀ ਹੈ ਇਹਨਾਂ ਵੱਲੋਂ ਬਾਇਓਗੈਸ ਤਿਆਰ ਕੀਤੀ ਜਾ ਰਹੀ ਹੈ ਅਤੇ ਉਹ ਮਾਰਕੀਟ ਦੇ ਵਿੱਚ ਜਾ ਰਹੀ ਹੈ। ਇਹਨਾਂ ਨੇ ਕਿਹਾ ਸੀ ਇੰਡੀਅਨ ਆਇਲ ਨੂੰ ਉਹ ਸਪਲਾਈ ਕਰਨਗੇ, ਪਰ ਮੈਂ ਤੁਹਾਨੂੰ ਦੱਸਾਂ ਮੇਰੇ ਕੋਲ ਵੀ ਗੱਡੀ ਜਿਹੜੀ ਹੈਗੀ ਆ ਉਹ ਗੈਸ 'ਤੇ ਚੱਲਣ ਵਾਲੀ ਹੈ। ਔਰ ਕਈ ਵਾਰੀ ਮੈਂ ਭਵਾਨੀਗੜ੍ਹ ਦੇ ਕੋਲੋਂ ਉੱਥੇ ਤੇਲ ਉਹਦੇ 'ਚੋਂ ਗੈਸ ਉਹ ਪਵਾਈ ਹੈ, ਉਹ ਆਲਰੇਡੀ ਹੈਗੀ। ਹੁਣ ਇਹ ਕਾਹਦੇ 'ਤੇ ਕਰਨਗੇ? ਇਹਦੇ 'ਤੇ ਆਪਣੇ ਬੜੇ ਇੱਕ ਸੀਨੀਅਰ ਜਰਨਲਿਸਟ ਹੈ ਰਜਿੰਦਰ ਸਿੰਘ ਤੱਗੜ, ਉਹਨਾਂ ਨੇ ਰਜਿੰਦਰ ਸਿੰਘ ਤੱਗੜ ਹੋਰਾਂ ਨੇ ਵੀ ਕਾਫੀ ਇਹਦੇ 'ਤੇ ਖੋਜ ਪੜਤਾਲ ਕੀਤੀ ਹੈ ਅਤੇ ਉਹਨਾਂ ਨੂੰ ਜੋ ਇਨਫੋਰਮੇਸ਼ਨ ਮਿਲੀ ਸੀ CMO 'ਚੋਂ, ਚੀਫ ਮਿਨਿਸਟਰ ਆਫਿਸ ਦੇ ਵਿੱਚੋਂ, ਉਹ ਕਹਿੰਦੇ ਜੀ ਜਦੋਂ CM ਸਾਹਿਬ ਗਏ ਸੀਗੇ ਉੱਥੇ ਜਰਮਨੀ ਦੇ ਵਿੱਚ ਅਤੇ ਉਦੋਂ ਉਹਨਾਂ ਨੇ ਕਿਹਾ ਸੀ ਜੀ ਆਪਾਂ ਇਸ ਕਿਸਮ ਦਾ ਸਾਰਾ ਕੁਛ ਕਰਾਂਗੇ। ਜਦੋਂ ਉਹਨਾਂ ਨੇ ਉਹਨਾਂ ਦਾ ਕੱਢ ਕੇ ਉਹ ਦੇਖਿਆ ਸਾਰਾ ਸਿਲਸਿਲਾ ਜੋ ਉਹਨਾਂ ਨੇ ਆਪਦਾ ਨੋਟ ਕੋਈ ਤਿਆਰ ਕੀਤਾ ਸੀ ਅਤੇ ਉਸ ਨੋਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਇਹ ਪਹਿਲਾਂ ਹੀ ਐਗਜ਼ਿਸਟ ਕਰਦੀ ਹੈ। ਤਾਂ ਤੱਗੜ ਸਾਹਿਬ ਨੇ ਦੁਬਾਰਾ ਫਿਰ ਆਪਣੀ ਜਿਹੜੀ ਹੈਗਾ ਸਵਾਲਨਾਮਾ ਭੇਜਿਆ CMO ਨੂੰ, ਉਹਦਾ ਕੋਈ ਪ੍ਰੋਪਰ ਜਵਾਬ ਹੀ ਨਹੀਂ ਮਿਲਿਆ। ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਇਹਦੇ ਨਾਲ ਜਿਹੜੀ ਹੈ ਆਮ ਤੌਰ ਦੇ ਉੱਤੇ ਜੇ ਆਪਾਂ ਦੇਖੀਏ ਤਾਂ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਿ ਅਸੀਂ ਦੂਜਿਆਂ ਦੇ ਕੰਮਾਂ 'ਤੇ ਫੀਤੇ ਨਹੀਂ ਕੱਟਾਂਗੇ, ਅਸੀਂ ਆਪਣਾ ਕੰਮ ਆਪ ਕਰਾਂਗੇ। ਅਤੇ ਹੁਣ ਇਹਦੇ 'ਤੇ ਜਿਹੜੇ ਹੈਗੇ ਆ ਪ੍ਰਗਟ ਸਿੰਘ ਹੋਣ ਅਤੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਣ, ਉਹਨਾਂ ਨੇ ਵੀ ਟਵੀਟ ਕਰਤੇ, ਉਹ ਕਹਿੰਦੇ ਜੀ ਤੁਸੀਂ ਤਾਂ ਸਾਡੀ ਸਰਕਾਰ ਵੇਲੇ ਦੇ ਜਿਹੜੇ ਕੀਤੇ ਹੋਏ ਕੰਮ ਹੈ ਉਹਨਾਂ ਦੇ ਫੀਤੇ ਕੱਟਦੇ ਫਿਰਦੇ ਹੋ, ਤੁਹਾਡੇ ਪੱਲੇ ਕੀ ਹੈ, ਤੁਸੀਂ ਦੱਸੋ ਕੀ ਹੈ। ਵੈਸੇ ਗੱਲ ਤੁਹਾਡੀ ਠੀਕ ਹੈ, ਚਾਹੇ ਆਟਾ ਦਾਲ ਹੋਵੇ, ਜਿੰਨੇ ਵੀ ਫੈਸਲੇ ਲਏ ਹੈ ਉਹਨਾਂ ਫੈਸਲਿਆਂ ਦੇ ਵਿੱਚੋਂ ਬਹੁਤ ਗਿਣਤੀ ਫੈਸਲੇ ਕੋਮਤਾ ਜੀ ਉਹ ਹੈ ਜਿੱਥੇ ਸਰਕਾਰ ਨੇ ਯੂ ਟਰਨ ਮਾਰੇ ਜੀ। ਬਿਲਕੁਲ ਸਰ, ਧੰਨਵਾਦ ਤੁਹਾਡਾ ਇਸ ਸਾਰੇ ਵਿਚਾਰ ਚਰਚਾ ਲਈ, ਇਹਨਾਂ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਲਈ ਤੁਸੀਂ ਸਮਾਂ ਕੱਢਿਆ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਬਿਲਕੁਲ ਤੁਸੀਂ ਸੁਣਦੇ ਸੀ ਕਿ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਜੀ ਸਾਡੇ ਨਾਲ ਜੁੜੇ ਹੋਏ ਸੀ। ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨੇ ਵਿਸਥਾਰ ਨਾਲ ਚਰਚਾ ਕੀਤੀ ਹੈ। ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਲੈ ਕੇ। Shamadan.